ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੇ ਸਤ ਸੰਗਿਓ, ਅੱਜ ਦੀ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰਿਆਂ ਨੂੰ ਹੀ ਜੀ ਆਇਆਂ। ਹਰ ਸ਼ੁੱਕਰਵਾਰ ਅਸੀਂ ਭਗਤ ਬਾਣੀ ਵਿੱਚੋਂ ਕੁਝ ਔਖੇ ਸ਼ਬਦ ਹਨ ਜਿਨ੍ਹਾਂ ਨੂੰ ਆਮ ਤੌਰ ਤੇ ਸਮਝਣਾ ਥੋੜਾ ਮੁਸ਼ਕਲ ਲੱਗਦਾ ਹੈ, ਜਿਹਦੇ ਵਿੱਚ ਸ਼ਬਦਾਵਲੀ ਕੁਝ ਕਠਿਨ ਹੈ। ਉਹਨਾਂ ਸ਼ਬਦਾਂ ਵਿੱਚੋਂ ਇੱਕ ਸ਼ਬਦ ਦੀ ਵਿਚਾਰ ਅਸੀਂ ਸ਼ੁੱਕਰਵਾਰ ਕਰਦੇ ਹਾਂ। ਅੱਜ ਗੌੜੀ ਰਾਗ ਦਾ ਸ਼ਬਦ ਜੋ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 327 ਉੱਤੇ ਸ਼ਿਸ਼ੋਭਤ ਹੈ। ਕਤ ਨਹੀਂ ਠੋਰ ਮੂਲ ਕਤ ਲਾਵੋ, ਖੋਜਤ ਤਨ ਮੈਂ ਠੋਰ ਨਾ ਪਾਉ। ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ। ਇਹ ਸ਼ਬਦ ਦੀ ਵਿਚਾਰ ਅੱਜ ਸਾਡੇ ਨਾਲ ਸਾਂਝੀ ਕਰ ਰਹੇ ਹਨ ਸਰਦਾਰ ਮਨਮੋਹਨ ਸਿੰਘ ਜੀ ਮੁੱਖ ਸਰਕਲ ਤੋਂ। ਮੈਂ ਸਰਦਾਰ ਮਨਮੋਹਨ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਇਹ ਸ਼ਬਦ ਵਿਚਾਰ ਆਰੰਭ ਕਰਨ। ਸਰਦਾਰ ਮਨਮੋਹਨ ਸਿੰਘ ਜੀ ਪੁੰਛ ਸਰਕਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਕਬੀਰ ਜੀ। ਕਤ ਨਹੀਂ ਠੌਰ ਮੂਲ ਕਤ ਲਾਵੋ, ਖੋਜਤ ਤਨ ਮੈਂ ਠੌਰ ਨਾ ਪਾਵਾਂ। ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ। ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ। ਰਹਾਉ। ਏਕੈ ਪਾਹੇ ਦੇਖੋ ਸਭ ਨਾਰੀ, ਕਿਆ ਜਾਨੋ ਸ਼ੈ ਕੌਣ ਪਿਆਰੀ। ਕਹੋ ਕਬੀਰ ਜਾਂ ਕੈ ਮਸਤਕ ਭਾਗ, ਸਭ ਪਰ ਹਰ ਤਾਂ ਕੋ ਮਿਲੈ ਸੁਹਾਗ। ਕਹੋ ਕਬੀਰ ਜਾਂ ਕੈ ਮਸਤਕ ਭਾਗ, ਸਭ ਪਰ ਹਰ ਤਾਂ ਕੋ ਮਿਲੈ ਸੁਹਾਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰਮਤਿ ਕਲਾਸ ਦੀ ਹਾਜ਼ਰੀ ਭਰ ਰਹੇ ਸਮੂਹ ਗੁਰਮੁਖ ਪਿਆਰਿਓ, ਆਪ ਜੀ ਸਾਰੇ ਹੀ ਵਡਭਾਗੀ ਜੀਓ ਹੋ ਜੋ ਕਿ ਇਸ ਗੁਰਮਤਿ ਕਲਾਸ ਦੇ ਵਿੱਚ ਹਾਜ਼ਰੀ ਭਰ ਕੇ ਸ਼ਬਦ ਗੁਰਬਾਣੀ, ਗੁਰਮਤਿ ਦੇ ਸਿਧਾਂਤ, ਸਿੱਖ ਫਲਸਫਾ, ਸਿੱਖ ਇਤਿਹਾਸ ਦੀ ਜਾਣਕਾਰੀ ਇਸ ਗੁਰਮਤਿ ਕਲਾਸ ਰਾਹੀਂ ਲੈ ਰਹੇ ਹੋ। ਜੋ ਉਪਰਾਲਾ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਵੀਰ ਹਰਜੀਤ ਸਿੰਘ ਜੀ ਨੇ ਸ਼ੁਰੂ ਕੀਤਾ, ਅਸੀਂ ਘਰ ਬੈਠੇ
ਗੁਰਮਤਿ ਦੀ ਜਾਣਕਾਰੀ, ਗੁਰਮਤਿ ਦੀ ਸੋਝੀ ਇਸ ਉਪਰਾਲੇ ਰਾਹੀਂ ਜੋ ਹੈ ਪ੍ਰਾਪਤ ਕਰ ਰਹੇ ਹਾਂ। ਜੋ ਸ਼ਬਦ ਅਸੀਂ ਅੱਜ ਵਿਚਾਰ ਵਾਸਤੇ ਲਿਆ ਹੈ, ਭਗਤ ਕਬੀਰ ਜੀ ਦਾ ਸ਼ਬਦ ਹੈ, ਗੋੜੀ ਰਾਗ ਦੇ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਚ ਦਰਜ ਹੈ। ਸ਼ਬਦ ਦੇ ਅੰਦਰ ਜੋ ਰਹਾਉ ਦੀਆਂ ਭਗਤੀਆਂ ਨੇ, ਉਹਦੇ ਅੰਦਰ ਭਗਤ ਜੀ ਬਖਸ਼ਿਸ਼ ਕਰ ਰਹੇ ਨੇ, ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ। ਭਗਤ ਜੀ ਬਖਸ਼ਿਸ਼ ਕਰ ਰਹੇ ਨੇ, ਸਮਝਾ ਰਹੇ ਨੇ, ਭਾਈ ਜਿਹੜੀ ਪ੍ਰਮਾਤਮਾ ਦੀ ਭਗਤੀ ਹੈ ਉਹ ਬੜੇ ਤ੍ਰਿਖੇ ਤੀਰ ਹਨ, ਅਨਿਆਲੇ ਤੀਰ ਹਨ, ਅਤੇ ਇਹਨਾਂ ਤੀਰਾਂ ਦੀ ਤਕਲੀਫ, ਇਹਨਾਂ ਦੀ ਪੀੜ ਸਿਰਫ ਉਹਨਾਂ ਨੂੰ ਹੀ ਹੋ ਸਕਦੀ ਹੈ, ਉਹ ਹੀ ਸਮਝ ਸਕਦੇ ਹਨ ਜਿਨ੍ਹਾਂ ਨੂੰ ਭਗਤੀ ਦੇ ਤੀਰ ਜੋ ਹਨ ਵੱਜੇ ਹੋਏ। ਇਸ ਸ਼ਬਦ ਦੇ ਅੰਦਰ ਭਗਤ ਜੀ ਨੇ ਜੋ ਪੱਖ ਸਪਸ਼ਟ ਕੀਤੇ ਹਨ, ਜੋ ਸਮਝਾਉਣ ਦਾ ਯਤਨ ਕੀਤਾ, ਉਹਦੇ ਵਿੱਚ ਭਗਤ ਜੀ ਨੇ ਇਹ ਗਿਆਨ ਦੇਣ ਦਾ ਯਤਨ ਕੀਤਾ ਹੈ ਕਿ ਭਾਈ ਮਨੁੱਖ ਪਰਮਾਤਮਾ ਨਾਲੋਂ ਵਿਛੋੜੇ ਦੀ ਤੜਪ, ਪਰਮਾਤਮਾ ਨਾਲੋਂ ਵਿਛੋੜੇ ਦੀ ਪੀੜ ਇਹ ਬਾਹਰੋਂ ਦਿਸਦੀ ਨਹੀਂ, ਤੇ ਫਿਰ ਕੋਈ ਵੀ ਦਵਾਈ ਇਹਦੇ ਉੱਤੇ ਕੰਮ ਨਹੀਂ ਕਰ ਸਕਦੀ। ਬਸ ਬਿਰੋਂ ਚੋਂ ਉੱਠੀ ਹੋਈ ਜੋ ਤੜਪ ਹੈ, ਇਹਦੇ ਵਿੱਚੋਂ ਪਿਆਰ ਦੀਆਂ ਤਰੰਗਾਂ ਪੈਦਾ ਹੁੰਦੀਆਂ ਨੇ, ਤੇ ਇਹ ਤੜਪ ਕੇਵਲ ਤੇ ਕੇਵਲ ਪਰਮਾਤਮਾ ਨਾਲ ਮਿਲਾਪ ਨਾਲ ਹੀ ਮੁੱਕਦੀ। ਇਹ ਤੜਪ ਮਿਲਾਪ ਵਾਲੇ ਪਾਸੇ ਲੈ ਕੇ ਜਾਂਦੀ। ਪਰਮਾਤਮਾ ਪ੍ਰਤੀ ਮਿਲਾਪ ਦੀ ਤਾਂਘ ਹੋਰ ਵੱਧਦੀ ਹੈ, ਹੋਰ ਵੱਧਦੀ ਹੈ, ਤੇ ਡੂੰਘੇ ਪਿਆਰ, ਡੂੰਘੇ ਸਨੇਹ ਨੂੰ ਜਨਮ ਦਿੰਦੀ ਹੈ। ਪ੍ਰਭੂ ਭਗਤੀ ਤਿੱਖੇ ਤੀਰਾਂ ਵਰਗੀ ਹੈ, ਜੋ ਫਿਰ ਹਰ ਵੇਲੇ ਚੁਭਦੀ ਰਹਿੰਦੀ ਹੈ। ਤੀਰ ਚੁਭਦੇ ਨੇ, ਕਿਸੇ ਦੇ ਵਿੱਚ ਲੱਗੇ ਹੋਣ, ਉਹਨੂੰ ਬਾਰ-ਬਾਰ ਚੁਭਦੇ ਨੇ, ਤੇ ਇਹ ਚੁਭਦੇ ਹੋਏ ਤੀਰ ਜੋ ਨੇ, ਇਹ ਵਿਛੋੜੇ ਦਾ ਅਹਿਸਾਸ ਕਰਾਉਂਦੇ ਨੇ, ਇਹ ਬਿਰਹੋ ਦਾ ਅਹਿਸਾਸ ਕਰਾਉਂਦੇ ਨੇ ਕਿ ਸਾਡਾ ਉਸ ਪ੍ਰਮਾਤਮਾ ਦੇ ਨਾਲੋਂ ਵਿਛੋੜਾ ਹੈ। ਮੂਲ ਨੂੰ ਪਹਿਚਾਨਣ ਲਈ ਚੋਭਾਂ ਜੋ ਨੇ, ਇਹ ਤੀਰ ਮਾਰਦੇ ਰਹਿੰਦੇ। ਇਹਦੀਆਂ ਚੋਭਾਂ ਬਾਰ-ਬਾਰ ਆਪਣੇ ਮੂਲ ਨੂੰ ਪਹਿਚਾਨਣ ਵਾਸਤੇ ਪ੍ਰੇਰਦੀਆਂ ਰਹਿੰਦੀਆਂ ਨੇ, ਚੁਭਦੀਆਂ ਰਹਿੰਦੀਆਂ, ਤੇ ਵਿਕਾਰਾਂ ਵਿੱਚ ਗਲਤਾਨ ਹੋ ਕੇ ਗਫਲਤ ਦੀ ਨੀਂਦ ਜੋ ਸੌਣ ਨਹੀਂ ਦਿੰਦੀ। ਇਹ ਤੀਰ ਜਦੋਂ ਚੁਭਦੇ ਰਹਿੰਦੇ ਨੇ ਨਾ, ਅਨਿਆਲੇ ਤਿੱਖੇ ਤੀਰ, ਤੇ ਭਗਤ ਜੀ ਕਹਿੰਦੇ ਫਿਰ ਮਨੁੱਖ ਸੌ ਨਹੀਂ ਸਕਦਾ, ਸੌਣ ਨਹੀਂ ਦਿੰਦੀਆਂ। ਵਿਕਾਰਾਂ ਵਾਲੇ ਪਾਸਿਓਂ ਜੋ ਵਿਕਾਰਾਂ ਦੀ ਨੀਂਦ ਹੈ, ਜੋ ਗਫਲਤ ਦੀ ਨੀਂਦ ਹੈ, ਵਿਕਾਰਾਂ ਵਿੱਚ ਗਲਤਾਨ ਹੋ ਕੇ ਉਸ ਗਫਲਤ ਦੀ ਨੀਂਦ ਵਿੱਚ ਸੌਣ ਨਹੀਂ ਦਿੰਦੀ। ਤੇ ਫਿਰ ਕਈ ਵਾਰ ਵਿਛੋੜੇ ਦਾ ਜੋ ਅਹਿਸਾਸ ਹੈ ਉਹ ਹੋ ਵੀ ਜਾਂਦਾ ਮਨੁੱਖ ਨੂੰ, ਮਿਲਣ ਦੀ ਤਾਂਘ ਵੀ ਉਪਜਦੀ ਹੈ, ਮਿਲਣ ਦੀ ਤਾਂਘ ਵੀ ਪੈਦਾ ਹੁੰਦੀ ਹੈ। ਦੇਖਣ ਨੂੰ ਮਨੁੱਖ ਹਰ ਵੇਲੇ ਉਸ ਦੀ ਯਾਦ ਵਿੱਚ ਜੁੜਿਆ ਹੀ ਦਿਸਦਾ ਕਿ ਮਨੁੱਖ ਜੁੜਿਆ ਹੋਇਆ ਹੈ, ਪਰ ਮੇਲ ਨਹੀਂ ਹੁੰਦਾ, ਉਹਦੇ ਨਾਲ ਮਿਲਾਪ ਨਹੀਂ ਹੋ ਸਕਦਾ। ਉਹ ਕਾਰਨ ਸਿਰਫ ਇਹ ਹੈ ਕਿ ਉੱਥੇ ਕੇਵਲ ਦਿਖਾਵਾ ਰਹਿ ਗਿਆ, ਕੇਵਲ ਸ਼ਿੰਗਾਰ ਰਹਿ ਗਿਆ। ਸੱਚ ਕਰਕੇ ਅੰਦਰ ਜੋ ਹੈ ਉਹ ਪਿਆਰ ਨਹੀਂ ਉਪਜਿਆ, ਫਿਰ ਮਿਲਾਪ ਨਹੀਂ ਹੁੰਦਾ। ਮਿਲਾਪ ਕਿਹਨਾਂ ਦਾ ਹੈ? ਜਿਨ੍ਹਾਂ ਨੂੰ ਸੱਚ ਕਰਕੇ ਪਿਆਰ ਉਪਜ ਗਿਆ, ਜਿਨ੍ਹਾਂ ਦੇ ਵਿੱਚ ਉਹ ਜੋ ਬਿਰਹੋ ਦੀ ਤੜਪ ਸੀ, ਉਸਨੇ ਪ੍ਰੇਮ ਨੂੰ ਜਨਮ ਦੇ ਦਿੱਤਾ। ਉਹਦੇ ਵਿੱਚੋਂ ਪ੍ਰਮਾਤਮਾ ਨਾਲ ਪ੍ਰੀਤ, ਉਹਦੀ ਯਾਦ ਸਦੀਵੀ ਯਾਦ ਬਣ ਕੇ ਰਹਿ ਗਈ। ਤੇ ਭਗਤ ਜੀ ਨੇ ਇੱਥੇ ਉਹ ਗੱਲਾਂ ਸਾਨੂੰ ਸਮਝਾਉਣ ਦਾ ਯਤਨ ਕੀਤਾ। ਹੁਣ ਬਿਰਹੋ ਅਸਲ ਵਿੱਚ ਮਿਲਾਪ ਲਈ ਤੜਪ ਪੈਦਾ ਕਰਦਾ। ਮਨੁੱਖ ਨੂੰ ਵਿਛੋੜੇ ਦਾ ਅਹਿਸਾਸ ਹੋਵੇਗਾ, ਫੇਰ ਮਨੁੱਖ ਜੋ ਹੈ ਮਿਲਾਪ ਵਾਲੇ ਪਾਸੇ ਚੱਲ ਸਕਦਾ। ਜਿਸ ਨੂੰ ਵਿਛੋੜੇ ਦਾ ਅਹਿਸਾਸ ਹੀ ਨਹੀਂ, ਉਹ ਕਦੀ ਵੀ ਮਿਲਾਪ ਵਾਲੇ ਪਾਸੇ ਨਹੀਂ ਚੱਲ ਸਕਦਾ। ਉਹਦੇ ਵਿੱਚ ਕਦੀ ਪਿਆਰ ਨਹੀਂ ਉਪਜ ਸਕਦਾ, ਉਹਦੇ ਵਿੱਚ ਕਦੀ ਮਿਲਾਪ ਦੀ ਤਾਂਘ ਜੋ ਹੈ ਪੈਦਾ ਨਹੀਂ ਹੋ ਸਕਦੀ। ਮਨੁੱਖ ਨੂੰ ਜੇ ਕਦੇ ਭੁੱਖ ਹੀ ਨਹੀਂ ਤਾਂ ਫਿਰ ਉਹ ਭੋਜਨ ਵਾਲੇ ਪਾਸੇ ਤਾਂਘ ਰੱਖੇਗਾ ਕਿਉਂ?
ਜੇ ਕਦੇ ਵਿਛੋੜੇ ਦਾ ਅਹਿਸਾਸ ਹੀ ਨਹੀਂ ਹੋਇਆ, ਮਨੁੱਖ ਕਦੀ ਵੀ ਮਿਲਾਪ ਵਾਲੇ ਪਾਸੇ ਚੱਲਦਾ ਹੀ ਨਹੀਂ। ਤੇ ਜਦੋਂ ਵਿਛੋੜੇ ਦਾ ਅਹਿਸਾਸ ਹੋ ਜਾਵੇ, ਉਹਦੀ ਸੁਰਤੀ ਦੇ ਅੰਦਰ ਉਹ ਉਸ ਨੂੰ ਯਾਦ ਕਰਨਾ ਸ਼ੁਰੂ ਕਰਦਾ, ਉਹਦੇ ਨਾਲ ਪਿਆਰ ਹੋ ਜਾਂਦਾ, ਫਿਰ ਉਸ ਦੀ ਯਾਦ ਦੇ ਵਿੱਚ ਹਰ ਵੇਲੇ ਉਸ ਦੀ ਯਾਦ ਦੇ ਵਿੱਚ ਹੀ ਮਸਤ ਹੈ। ਫਿਰ ਦੁਨੀਆ ਦੀਆਂ ਬਾਕੀ ਹੋਰ ਕੋਈ ਵੀ ਚੀਜ਼ਾਂ ਉਸ ਨੂੰ ਉਸ ਯਾਦ ਦੇ ਨਾਲ ਤੋੜ ਨਹੀਂ ਸਕਦੀ, ਉਹਦੀ ਯਾਦ ਦੇ ਵਿੱਚ ਰੁਕਾਵਟ ਨਹੀਂ ਬਣ ਸਕਦੀ। ਬਸ ਸੱਚ ਕਰਕੇ ਅੰਦਰੋਂ ਦੀ ਮਿਲਾਪ ਦੀ ਤੜਪ ਪੈਦਾ ਹੋ ਜਾਵੇ, ਸੱਚ ਕਰਕੇ ਉਹਦੀ ਯਾਦ ਜੋ ਹੈ ਉਸ ਵਿਛੋੜੇ ਦੇ ਅਹਿਸਾਸ ਦੇ ਨਾਲ ਉਹਦੀ ਯਾਦ ਹਰ ਵੇਲੇ ਬਣੀ ਰਵੇ, ਫੇਰ ਮਿਲਾਪ ਹੁੰਦਾ ਹੈ। ਤੇ ਭਗਤ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਮਨੁੱਖ ਬਿਰੋ ਦੇ ਅਸਲ ਵਿੱਚ ਬਿਰੋ ਚੋਂ ਹੀ ਮਿਲਾਪ ਦੀ ਤੜਪ ਜੋ ਹੈ ਪੈਦਾ ਹੁੰਦੀ, ਤੇ ਬਿਰੋ ਦੀ ਤੜਪ ਮਿਲਾਪ ਤੱਕ ਲੈ ਕੇ ਜਾਂਦੀ। ਵਿਛੋੜੇ ਦੇ ਵਿੱਚੋਂ ਉੱਠੀ ਹੋਈ ਜੋ ਤੜਪ ਹੈ, ਜੋ ਉਸ ਦੇ ਅਹਿਸਾਸ ਵਿੱਚੋਂ ਜੋ ਤੜਪ ਉੱਠਦੀ ਹੈ, ਉਹੀ ਮਿਲਾਪ ਕਰਵਾਉਂਦੀ ਹੈ। ਤੇ ਫਿਰ ਵਿਛੋੜਾ ਯਾਦ ਨੂੰ, ਯਾਦ ਦਾ ਸੰਗ੍ਰਹਿ ਇਹਦੇ ਵਿੱਚੋਂ ਬਿਰਹੋ ਬਣਾਉਂਦਾ। ਜਿੱਥੇ ਵਿਛੋੜੇ ਦੀ ਅੱਗ ਨਹੀਂ, ਉੱਥੇ ਤ੍ਰਿਸ਼ਨਾ ਦੀ ਅੱਗ ਹੈ। ਉੱਥੇ ਤ੍ਰਿਸ਼ਨਾ ਹੈ, ਵਿਛੋੜੇ ਦੀ ਅੱਗ ਨਹੀਂ ਤਾਂ ਫਿਰ ਤ੍ਰਿਸ਼ਨਾ ਦੀ ਅੱਗ ਹੈ। ਤੇ ਬਿਰੋ ਵਾਲੇ ਕੋਲ ਕੋਈ ਔਗਣ ਨਹੀਂ ਹੁੰਦਾ। ਜਿਹਦੇ ਕੋਲ ਵਿਛੋੜੇ ਦੀ ਅੱਗ ਪੈਦਾ ਹੋ ਜਾਵੇ, ਵਿਛੋੜੇ ਦਾ ਜਿਹਨੂੰ ਅਹਿਸਾਸ ਹੋ ਜਾਵੇ, ਉਹਦੇ ਅੰਦਰ ਫਿਰ ਕੋਈ ਹੋਰ ਔਗਣ ਨਹੀਂ ਰਹਿੰਦਾ। ਉਹਦੇ ਅੰਦਰ ਇੱਕੋ ਤੜਪ ਰਹਿੰਦੀ ਹੈ, ਮਿਲਾਪ ਮਿਲਾਪ ਮਿਲਾਪ, ਕਿਸੇ ਤਰੀਕੇ ਦੇ ਨਾਲ ਮਿਲਾਪ ਹੋ ਜਾਵੇ। ਉਹਨੂੰ ਵਿਛੋੜੇ ਦਾ ਅਹਿਸਾਸ ਹੈ, ਹਰ ਵੇਲੇ ਯਾਦ ਉਹਦੀ ਬਣੀ ਰਹਿੰਦੀ ਹੈ, ਉਹਦੀ ਸੁਰਤੀ ਦੇ ਅੰਦਰ ਉਹ ਪਿਆਰਾ ਖੁੱਭ ਜਾਂਦਾ ਹੈ, ਵਸ ਜਾਂਦਾ ਹੈ। ਤੇ ਫਿਰ ਜਿੱਥੇ ਤ੍ਰਿਸ਼ਨਾ ਹੈ, ਤ੍ਰਿਸ਼ਨਾ ਵਾਲੇ ਦੇ ਕੋਲ ਗੁਣ ਕੋਈ ਨਹੀਂ, ਉਹਦੇ ਕੋਲ ਔਗਣ ਨੇ। ਜਿੱਥੇ ਵਿਛੋੜਾ ਹੈ, ਜਿੱਥੇ ਬਿਰਹੋ ਹੈ, ਵਿਛੋੜੇ ਦੇ ਵਿੱਚੋਂ ਬਿਰਹੋ ਉਪਜਿਆ ਹੈ, ਉਹਦੇ ਕੋਲ ਕੋਈ ਔਗਣ ਨਹੀਂ। ਪਰ ਜਿੱਥੇ ਤ੍ਰਿਸ਼ਨਾ ਹੈ, ਉਹਦੇ ਕੋਲ ਕੋਈ ਕਦੀ ਗੁਣ ਨਹੀਂ ਹੁੰਦਾ। ਹੁਣ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਕਿ ਭਾਈ ਮਨੁੱਖ, ਵਿਛੋਏ ਜੰਬੂਰ ਖਵੇਂ ਨਾ ਵੰਜਨ ਗਾਖੜੇ, ਜੇ ਸੋ ਤਣੀ ਮਿਲਾਨਾ ਨਾਨਕ ਸੰਭੂ ਸੱਚ। ਪ੍ਰਭੂ ਚਰਨਾਂ ਨਾਲੋਂ ਵਿਛੋੜੇ ਦੇ ਦੁੱਖ ਜੰਬੂਰ ਦੇ ਤਸੀਆਂ ਵਾਂਗ ਔਖੇ ਹਨ। ਜਿਵੇਂ ਜੰਬੂਰ ਦੇ ਨਾਲ ਕਿਸੇ ਦਾ ਮਾਸ ਪਟਿਆ ਜਾਵੇ, ਨੋਚਿਆ ਜਾਵੇ, ਉਹਨੂੰ ਜਿਵੇਂ ਤਕਲੀਫ ਹੁੰਦੀ ਹੈ, ਸਤਿਗੁਰ ਕਹਿੰਦੇ ਨੇ ਭਾਈ ਪ੍ਰਭੂ ਚਰਨਾਂ ਦੇ ਨਾਲ ਜਿਹੜਾ ਵਿਛੋੜੇ ਦਾ ਦੁੱਖ ਹੈ, ਇਹ ਜੰਬੂਰ ਦੇ ਤਸੀਆਂ ਵਾਂਗ ਔਖਾ ਹੈ, ਤਕਲੀਫ ਵਾਲਾ ਹੈ। हे ਨਾਨਕ, ਜੇ ਉਹ ਪ੍ਰਭੂ ਮਾਲਕ ਜੀ ਮਿਲ ਪੈਣ ਤਾਂ ਯਕੀਨਨ ਸਾਰੇ ਸੁੱਖ ਹੀ ਸੁੱਖ ਹੋ ਜਾਂਦੇ। ਵਿਛੋੜੇ ਦੇ ਵਿੱਚੋਂ ਪ੍ਰੀਤ ਉਪਜ ਜਾਵੇ, ਮਿਲਣ ਦੀ ਤਾਂਘ ਉਪਜ ਜਾਵੇ, ਚੇਤਨ ਸ਼ਕਤੀ ਦਾ ਹਿੱਸਾ ਬਣ ਜਾਵੇ, ਤਾਂ ਫੇਰ ਉਹ ਕਹਿੰਦੇ ਨੇ ਫੇਰ ਮਿਲਾਪ ਹੋ ਗਿਆ। ਸਤਿਗੁਰੂ ਫੇਰ ਤਾਂ ਸੁੱਖ ਹੀ ਸੁੱਖ ਨੇ। ਕਬੀਰ ਜੀ ਬਖਸ਼ਿਸ਼ ਕਰਦੇ ਨੇ, ਕਬੀਰ ਬਿਰੋ ਪੁਯੰਗਮ ਮਨ ਬਸੈ, ਮੰਤ ਨਾ ਮਾਨੈ ਕੋਏ, ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬਉਰਾ ਹੋਏ। ਕਬੀਰ ਜੀ ਬਖਸ਼ਿਸ਼ ਕਰਦੇ ਨੇ, ਹੇ ਕਬੀਰ, ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦੀ ਸ਼ਰਨ ਪੈ ਕੇ ਬਿਰਹੋਂ ਦਾ ਸੱਪ ਆ ਵਸੇ, ਜਿਸ ਮਨੁੱਖ ਨੂੰ ਗੁਰੂ ਦਰ ਤੋਂ ਇਹ ਸੂਝ ਮਿਲ ਜਾਏ ਕਿ ਇਹਨਾਂ ਕਾਮਾਦਿਕ ਜੋ ਵਿਸ਼ੇ ਵਿਕਾਰ ਨੇ, ਇਹਨਾਂ ਨੇ ਮੈਨੂੰ ਰੱਬ ਨਾਲੋਂ ਵਿਛੋੜ ਦਿੱਤਾ ਹੈ, ਤੇ ਪ੍ਰਮਾਤਮਾ ਤੋਂ ਵਿਛੋੜੇ ਨੂੰ ਮਹਿਸੂਸ ਕਰਨ ਵਾਲਾ ਮਨੁੱਖ ਜਿਉ ਹੀ ਨਹੀਂ ਸਕਦਾ, ਜੀ ਨਹੀਂ ਸਕਦਾ। ਕਿਹੜਾ ਜੀਵਨ? ਉਸ ਪ੍ਰੇਮ ਦੇ ਵਿਛੋੜੇ ਦਾ ਅਹਿਸਾਸ ਇੱਕ ਐਸਾ ਡੰਗ ਹੈ ਕਿ ਇਸ ਦਾ ਡੰਗਿਆ ਹੋਇਆ ਬੰਦਾ ਮਾਇਕ ਭੋਗਾਂ ਵਾਸਤੇ ਜੀ ਨਹੀਂ ਸਕਦਾ। ਵਿਕਾਰੀ ਜੀਵਨ ਜੋ ਹੈ ਉਹ ਜੀ ਨਹੀਂ ਸਕਦਾ। ਤੇ ਫਿਰ ਇਸ ਜੀਵਨ ਨੂੰ, ਜਿਹੜਾ ਜੀਵਨ ਉਹ ਜਿਉਂਦਾ ਹੈ, ਦੁਨੀਆ ਉਸ ਨੂੰ ਝੱਲਿਆਂ ਵਾਲਾ ਜੀਵਨ ਕਹਿੰਦੀ। ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬਉਰਾ ਹੋਈ। ਵਿਛੋੜਾ ਸੁਨੇ ਦੁੱਖ ਵਿਰ ਡਿਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰੋਦ। ਸਤਿਗੁਰੂ ਨੇ ਅਸਲ ਪ੍ਰੇਮੀ ਉਹ ਹੈ ਜਿਸ ਨੂੰ ਇਹ ਸੁਣ ਕੇ ਇਹ ਦੁੱਖ ਪ੍ਰਤੀਤ ਹੋਵੇ ਕਿ ਪ੍ਰਭੂ ਤੋਂ ਵਿਛੋੜਾ
होने लगा है, बस विछोड़े का एहसास होवे, दुखी हो जाए। दीदार तो बिना सच्चा प्रेमी आत्मक मौत महसूस करता। अपने प्यारे प्रभु तो विछड़ के प्रेमी का मन खलोंदा ही नहीं, टिकता ही नहीं, धीरज विच ही नहीं आउंदा। ते सतगुरु पातशाह ने बड़ी सुंदर मिसाल दी कि भाई जुड़िया च जीवन है, टुटिया च जीवन नहीं। खखड़ियां सुहावियां लकड़ियां अक कंठ बिरह विछोड़ा धनी स्यों नानक सह सह गन। सतगुरां ने बख्शिश की अक दियां ककड़ियां तद तक सोहणियां लगदियां ने जद तक अग अक दे गल भाव टहनियां नाल लगियां होईयां ने। पर हे नानक, उस मालक अक दे दरख्त नालों मुढ़ नालों, उस मालक नालों जदों विछोड़ा हो जाता है, विजोग हो जाता है, तो उन्होंने हजारे तुम्बे हो जाते हैं, फिर उठदियां ने आवाज, फिर कोई वारिस नहीं, कोई खसम नहीं। ते सतगुरु पातशाह ने बख्शिश की भाई विछोड़े का एहसास हो जाए, अंदर प्रीत उपजनी शुरू हो जाए, उसकी याद सदीवी अपने उस प्रीतम की बन जाए, प्रेमी की बन जाए। ते सतगुरु कहते हैं फिर मिलाप होता। बिरहा लजाया दर्श पाया आम्यो दृष्ट सिचंती। जिस जीव स्त्री के हिरदे विच प्रभु ने अपनी निगाह नाल आत्मक जीवन देण वाला नाम जल सिंचिया है, उसने प्रभु पति का दर्शन कर लिया है, उसके अंदरों विछोड़ा दूर हो गया। ये विछोड़ा दूर होंदा किवें है? जदों मिलाप हो जाता। मिलाप तो बिना विछोड़ा दूर नहीं हो सकता। बिरवंत नानक मेरी इच्छ पुनी मिले जिस खोजंती। सतगुरु पातशाह बख्शिश करते हैं, इच्छा पूरी कदों होंदी? जिसनों खोजिया जा रहा है, जिसनों लोड़िया जा रहा है, जिहदे नालों विछोड़ा सी, उहदे नाल मिलाप हो जाए। ते सतगुरु पातशाह बख्शिश करते हैं बाणी दे अंदर, जांका हर स्वामी प्रभ बेली पीड़ गई फिर नहीं दुहिल। भाई जिसका हरि स्वामी बेली बन जाए, ਉਹਦੇ ਨਾਲ ਜਿਹੜਾ जुड़ जाए, ਉਹਦੇ अंदरों पीड़ विछोड़े की मुक जाती, वो फिर दुखी नहीं होंदी। ਉਹਦਾ सुख का जीवन जो है वो संसार ਦੇ ਵਿੱਚ ਬਣਦਾ। ਤੇ सतगुरु पातशाह इहो गल समझा रहे ने, भगत जी इहो गल समझा रहे ने कि भाई मनुख, ये जो विछोड़ा है ये शरीर के विचों ਇਹਦਾ ਜ਼ਖਮ किते दिसदा नहीं, बाहरों दिसदा नहीं कि ਜਿਹਦੇ ਉੱਤੇ कोई दवाई लावांगे। ये कोई दसिया नहीं जा सकता, यदि पीड़ नूं नापिया ते तोलिया नहीं जा सकता। ते जे किते बाहरों दिसदा ही नहीं तो दवाई कित्थे लाई? हुण भगती दे जो अनियाले तीर ने, वो बार बार मनुख नूं चोभा दे दे के विकारां वाले जीवन वाले पासों हटा लैंदे ने। ते हुण भगती है कि वो अनियाले तीर क्यों ने? भगत भाव ये मार्ग बिखरा गुरुद्वारा को पावे, कह नानक जिस करे कृपा सो हर भगती चित लावे। पाची दे मार्ग बड़ा बिखरा, अनियाले तीर, खुपन वाले तीर क्यों ने? मार्ग बड़ा बिखरा। असी बाणी के अंदर पढ़ते हाँ, भगतां की चाल निराली, चाला निराली, भगतां केरी बिखम मार्ग चलना। दुनिया के स्वाद रस कस सब कुछ छड़ने पैंदे, ते भगत निराली अला दी जापै गुर विचार। सतगुरु पातशाह कहते ने ये निराली भगती परमात्मा दी, ये गुरु दी विचारां दे राहीं ही मनुख नूं समझ पैंदी है। जिसनों इको रंग भगत सो जाननो। मार कहते जिसनों एक परमात्मा दा रंग चढ़ जावे, एक दा होके रह जावे, इको दा चेता होवे, इको दे विछोड़े दे विच तड़प होवे, इको दे विछोड़े दे कारण उसनूं सिमरदा 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 ਉਹਦੇ ਵਿੱਚ ਜਾ ਕੇ ਸਮਾ ਜਾਵੇ। साधु कहते भाई वो भगती है बड़ी मुश्किल है, बड़े त्रिखे तीर ने। निर्विघन भगत पज हर का नाओ, रसक रसक हर के गुण गा। सतगुरु पातशाह कहते भाई निर्विघन भगती, जिहदे अंदर विघन कोई ना हो। हुण जो इन्हां बंदां दे अंदर भगत जी ने गल कीती, भाई मिलाप किहनां दा हो रिहा? भगती दा केवल डंबर नहीं, निर्विघन है। रस लै लैके स्वाद लै लैके उस परमात्मा के सिमरन के अंदर ने, उहदे सिद्धांतां अनुसार जीवन नूं जी रहे ने, उस प्रभु के गुणां नूं धारण किया होया। ते सतगुरु पातशाह कहंदे ने भगत प्रेम आराध तंग, सच प्यास परम हितंग, बिलाप बिलल बिलंतियां
सुख पाए चित हितन। महाराज ने बख्शिश करके समझाया है कि भाई मनुख ये जिहड़े परमात्मा दे भगती है ये अनियाले त्रिखे तीर ने, ये जो चुभते ने दोवे पासे काम करते। एक बार चुभ के एहसास कराउंदे ने भाई विछोड़ा, चेते कर परमात्मा नूं याद कर, ते फिर जो चुभते ने ते विकारां वाले जीवन नूं मोह दे विच गलतान होके जो भैड़े गुण ने अवगुणा विच गलतान होके सौण नहीं देंदे, जगा के रखते हैं। हुण जिहनूं तीर लगा होवे वो कदी सो सकदा है? ਉਹਨੂੰ फिर रोक लेंदे ने, सौण तो गफलत की नींदर तो बचा लेंदे ने। पर सतगुर कहते हैं कई बार हुंदा यह है कि मनुख जो है वो सच करके भगती नहीं ਉਹਦੇ ਕੋਲ, उसने ये अनियाले तीरां तो जागया नहीं, वो विकारां वाले पासे ही मस्त है। भगत करे मूर्ख आप जनावे, नच नच टप्पे बहुत दुख पावे, नचिए टपिए भगत ना होए, शब्द मरै भगत पाए जन कोए। ਜਦੋਂ ਅਨਿਆਲਾ ਤੀਰ ਵੱਜਦਾ ਹੈ ਭਗਤੀ ਦਾ, ਸ਼ਬਦ ਦਾ ਤੀਰ ਵੱਜਦਾ ਹੈ, ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਸ਼ਬਦ ਦਾ ਮਰਿਆ ਉਸੇ ਦੇ ਕੋਲ ਸੱਚ ਕਰਕੇ ਸੱਚੀ ਭਗਤੀ। ਨਹੀਂ ਤਾਂ ਕਈ ਆਪਣੇ ਆਪ ਨੂੰ ਮੂਰਖ ਜੋ ਨੇ ਭਗਤ ਕਹਾਈ ਜਾ ਰਹੇ, ਰੱਬ ਬਣੇ ਫਿਰਦੇ ਨੇ, ਪਰਮਾਤਮਾ ਕਹਾਈ ਜਾ ਰਹੇ ਨੇ ਆਪਣੇ ਆਪ ਨੂੰ, ਆਪਣੀ ਪੂਜਾ ਕਰਵਾਈ ਜਾ ਰਹੇ, ਦੁਨੀਆ ਉਹਨਾਂ ਦੇ ਪਿੱਛੇ ਫਿਰਦੀ ਹੈ। ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਨੱਚਦੇ ਤੇ ਟੱਪਦੇ ਨੇ, ਇੱਕ ਨੱਚਣਾ ਟੱਪਣਾ ਹੋ ਗਿਆ, ਜਿਹੜੇ ਭਗਤੀ ਦੇ ਨਾਂ ਦੇ ਉੱਤੇ रासा पा पा के नचते सन भगती कर रहे हैं। सतगुर कहते हैं जो भगती हो गई, जिदे अंदर परमात्मा की प्रीत उपज गई, फिर नचदा टपदा नहीं, फिर बैठ जाता है, ਉਹਦੇ ਵਿੱਚ ਸਹਿਜ ਆ ਜਾਂਦਾ ਹੈ, ਉਹ ਨੱਚਦਾ ਟੱਪਦਾ ਨਹੀਂ। ਤੇ ਸਤਿਗੁਰ ਪਾਤਸ਼ਾਹ ਸਮਝਾ ਰਹੇ ਨੇ ਭਈ ਸ਼ਬਦ ਨਾਲ ਜਿਹੜਾ ਮਰ ਜਾਵੇ, ਸ਼ਬਦ ਦੇ ਅਨਿਆਲੇ ਤੀਰਾਂ ਦੇ ਨਾਲ ਸੱਚ ਕਰਕੇ ਉਸੇ ਦੇ ਕੋਲ ਭਗਤੀ ਹੈ, ਪਰ ਹੈ ਬੜੇ ਜੁਰਲੇ ਨੇ। ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ, ਸਤਿਗੁਰੂ ਬਖਸ਼ਿਸ਼ ਕਰਦੇ ਨੇ कि भाई संसार के अंदर जिहड़ा मनुख है उसकी सुरती जो है वो टिकदी नहीं, नचदी है कदी इधर कदी उधर, मत पंकेरू किरत साथ, कब उत्तम कब नीच, कब चंदन कब अक डाल, कब उच्ची प्रीत। साडी सुरती इहनूं टिकाना कोई नहीं, ये कदी एक पासे कदी दूजे पासे, कदी उत्ते कदी थल्ले, कदी धर्म वाले पासे कदी धर्म वाले पासे, कदी एक निरंकार नाल कदी निरंकार दी बनाईयां होईयां चीज़ां दे नाल जुड़ जांदी। सतगुर पातशाह कहंदे ने कि भाई मनुख जिन्हां नूं अनियाले तीर वज जांदे ने ना, फिर वो नचदे टपदे नहीं, और कदी इधर कदी उधर नहीं। फिर उन्हां दी इह अवस्था नहीं कि कदी जाके परमात्मा नूं ही सर्वश्रेष्ठ मान लिया ते फिर किसी दूसरे ने कह दिता रब है ही नहीं, ते भुलेखा पैदा हो गया भाई रब है ही नहीं, फिर फूकना शुरू कर दिता रब है ही नहीं। सतगुर कहते कदी एक पासे कदी दूजे पासे नहीं, वो सच करके टिक जाते हैं। वो फिर करते नूं छड्ड के कीर्तन की पूजा च नहीं लगते, कदी जड्डां बूटियां पत्थरां जानवरां की पूजा नहीं करते, बंदियां की पूजा नहीं करते। अज असीं देख रहे हैं संसार के अंदर ਇਹ जिन्ने भुलेखे पाउण वाले ने, ये कौन लोकी ने? बाहरों की लिबास है धर्मियां वाला, अंदर विकार बैठे हुए ने, बाहरों निरंकारी होने का संसार को भुलेखा दे रहे हैं, अंदर उन्होंने विकार जो ने बैठे हुए ने, अंदरों विकारी ने। ये जो 85-8500 करोड़ रुपए दियां जायदादां बना के अपने आप को मैसेंजर ऑफ गॉड कहने वाले सन, इन्हों रब बनाया किने सी? कोई पशुआं पंछियां ने नहीं बनाया, मनुखा ने बनाया, इंसान ने बनाया। कारण की सी कि अपने सच करके अपने अंदर राम भगत की परमात्मा की बंदगी दे वो अनियाले तीर वजे हुए नहीं सन। बस केवल ते केवल वो कदी उपर कदी थले, कदी धर्म वाले पासे कदी धर्म वाले पासे, सच करके परमात्मा नूं पहचानिया ही नहीं, धर्म अनुसार जीवन नूं ही नहीं जीविया, ते उस करते नूं छड्ड के कीर्तन की पूजा च लग जिवें किवें मनुखता जो सी वो लुट्टी जा रही। ते सतगुरु पातशाह कहते भाई ਅਸੀਂ जिन्हां नूं ਇਹੋ ਜਿਹੇ ਲੋਕਾਂ ਨੂੰ महापुरख ਕਹਿੰਦੇ, ਥਾਂ ਥਾਂ ਦੇ ਉੱਤੇ ਨੇ, ਕੁਝ ਪ੍ਰਗਟ ਹੋ ਗਏ ਕੁਝ ਨਹੀਂ ਪ੍ਰਗਟ ਹੁੰਦੇ। ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਬਣ ਰਿਹਾ ਹੈ, ਗੁਰੂ ਸਿਧਾਂਤਾਂ ਦਾ ਸ਼ਰੀਕ ਬਣ ਰਿਹਾ ਹੈ, ਰਹਿਤ ਮਰਿਆਦਾ ਦਾ ਸ਼ਰੀਕ ਬਣ ਰਿਹਾ ਹੈ, ਜਿਹੜਾ ਦੁਨੀਆ ਦੇ ਅੰਦਰ ਲੋਕਾਂ ਦੇ ਦੁੱਖ ਦੂਰ ਕਰਨ ਦੇ ਡਰਾਮੇ ਕਰ ਰਿਹਾ ਹੈ, ਅਸੀਂ ਉਹਨਾਂ ਨੂੰ महापुरख ਕਹਿੰਦੇ। ਭਾਈ ਇਹ ਸਾਰੇ महापुरख ਨੇ। ਸਤਿਗੁਰੂ ਨੇ ਉਹਨਾਂ ਨੂੰ ਤਾਂ ਆਪ ਅਣੇ ਵਾਲੇ ਤੀਰ ਹੀ ਨਹੀਂ ਵੱਜੇ, ਉਹ ਤਾਂ ਆਪ ਨੱਚਦੇ ਟੱਪਦੇ ਨੇ। ਤਾਂ ਮਨੁੱਖ ਤੂੰ ਲਗਾ ਕਿਹਦੇ ਪਿੱਛੇ ਹੈ? सतगुरु ने कितनी सुंदर डेफिनेशन दी सी, सतगुर सेवे से महापुरख संसारे,
ਜਿਹੜੇ ਸਤਿਗੁਰੂ ਨੂੰ ਸੇਵਦੇ ਨੇ ਉਹ ਸੰਸਾਰ ਦੇ ਅੰਦਰ ਮਹਾਂਪੁਰਖ ਨੇ ਭਾਈ, ਉਹ ਸੱਚ ਕਰਕੇ ਮਹਾਂਪੁਰਖ ਨੇ ਤੇ ਜਿਹੜੇ ਆਪ ਹੀ ਗੁਰੂ ਬਣ ਕੇ ਬੈਠ ਗਏ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਆਪ ਹੀ ਦੁਨੀਆ ਨੂੰ ਪਿੱਛੇ ਲਾ ਕੇ ਚੱਲ ਪਏ, ਜਿਨ੍ਹਾਂ ਨੇ ਮਿੱਟੀ ਲਗੇ ਹੋਏ ਆਲੂਆਂ ਨੂੰ ਹੱਥ ਲਾ ਕੇ 500-500 ਰੁਪਏ ਕਿਲੋ ਦੁਨੀਆ ਨੂੰ ਵੇਚ ਦਿੱਤਾ ਪਈ ਤੁਹਾਡੇ ਦੁੱਖ ਇਹਦੇ ਨਾਲ ਦੂਰ ਹੋ ਜਾਣਗੇ। ਜਿਨ੍ਹਾਂ ਨੇ ਕਿਤੇ ਆ ਕੇ ਉਹਨਾਂ ਦੇ ਅਖੌਤੀ ਸੇਵਕਾਂ ਨੇ ਫਲ ਚੜਾ ਦਿੱਤੇ, ਉਹ ਫਲ ਦੀ ਟੋਕਰੀ ਲੱਖਾਂ ਦੇ ਵਿੱਚ ਵੇਚ ਗਏ ਕਿ ਭਈ ਇੱਥੇ ਧਰਮੀ ਦਾ ਹੱਥ ਲੱਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਤਾਂ ਉਹਨਾਂ ਨੂੰ ਮਹਾਂਪੁਰਖ ਮੰਨ ਕੇ ਬਹਿ ਗਏ। ਮਾਰੇ ਕਹਿੰਦੇ ਇਹਨਾਂ ਨੂੰ ਸਤਿਗੁਰੂ ਦੀ ਮੱਤ ਥੋੜੀ ਆਈ। ਸਤਿਗੁਰੂ ਨੇ ਬੜਾ ਸੁੰਦਰ ਗਿਆਨ ਦਿੱਤਾ ਹੈ, ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ। ਪਰ ਕਹਿੰਦੇ ਜਿਸ ਨੂੰ ਸਤਿਗੁਰੂ ਦੀ ਮੱਤ ਆ ਜਾਵੇ ਉਹ ਸਤਿਗੁਰੂ ਦੇ ਵਿੱਚ ਸਮਾ ਜਾਂਦਾ, ਉਹ ਫਿਰ ਗੁਰੂ ਦੇ ਅੱਗੇ ਨੱਚਦਾ ਨਹੀਂ, ਗੁਰੂ ਦੇ ਅੱਗੇ ਟੱਪਦਾ ਨਹੀਂ, ਫਿਰ ਉਹ ਗੁਰੂ ਦੀ ਬਰਾਬਰਤਾ ਨਹੀਂ ਕਰਦਾ, ਫਿਰ ਗੁਰੂ ਦੇ ਸਾਹਮਣੇ ਬੜਬੋਲਾ ਨਹੀਂ ਬਣਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਸਤਿਗੁਰੂ ਸਮਾ ਜਾਂਦਾ। ਗੁਰੂ ਕਲਗੀਧਰ ਪਾਤਸ਼ਾਹ ਦੇ ਵੇਲੇ ਇੱਕ ਸਾਖੀ ਪੜਨ ਨੂੰ ਮਿਲਦੀ ਹੈ, ਸਬਕ ਦਿੰਦੀ ਹੈ। ਸਿੱਖਾਂ ਨੇ ਪੁੱਛਿਆ ਸਤਿਗੁਰੂ ਸਨਮੁਖ ਸਿੱਖ ਦੀ ਕੀ ਮਿਸਾਲ ਹੈ? ਸੱਚ ਕਰਕੇ ਜਿਹੜਾ ਧਰਮੀ ਤੇ ਭਗਤ ਹੈ ਉਹਦੀ ਮਿਸਾਲ ਕੀ ਹੈ, ਕਿਸ ਤਰ੍ਹਾਂ ਦਾ ਹੋਵੇਗਾ? ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਨੇ ਇੱਕ ਪਾਣੀ ਦਾ ਲੋਟਾ ਮੰਗਵਾ ਲਿਆ, ਸਤਿਗੁਰਾਂ ਨੇ ਕੁਝ ਪਤਾਸੇ ਮੰਗਵਾ ਲਏ, ਕੁਝ ਕੰਕਰ ਮੰਗਵਾ ਲਏ, ਕਿਉਂਕਿ ਪਲੇਵੇ ਮੈਥਡ। ਸਤਿਗੁਰਾਂ ਨੇ ਬੜੇ ਢੰਗ ਦੇ ਨਾਲ ਐਸਾ ਗਿਆਨ ਦਿੱਤਾ ਜਿਵੇਂ ਅੱਜ ਅਸੀਂ ਲਰਨਿੰਗ ਜੋ ਹੈ ਬੱਚਿਆਂ ਨੂੰ ਸਿਖਾ ਰਹੇ ਨਾ ਪਲੇਵੇ ਮੈਥਡ ਦੇ ਨਾਲ, ਜਿੱਥੇ ਅਸੀਂ ਆਰਟ ਇੰਟੀਗ੍ਰੇਟਿਡ ਲਰਨਿੰਗ ਸਿਖਾ ਰਹੇ ਹਾਂ। ਇਹ ਨਵੀਂ ਐਜੂਕੇਸ਼ਨ ਪਾਲਿਸੀ ਹੈ, ਸਿਰ ਨਹੀਂ ਝੁਕਣ ਦਿੰਦੀ। ਬਸ ਇੱਕੋ ਤਰੀਕਾ ਦੱਸਿਆ ਜਾ ਰਿਹਾ ਭਈ ਐਸੇ ਤਰੀਕੇ ਦੇ ਨਾਲ ਸਿਖਾਇਆ ਜਾਵੇ, ਆਰਟ ਇੰਟੀਗ੍ਰੇਟਿਡ ਲਰਨਿੰਗ ਹੋਵੇ, ਲਰਨਿੰਗ ਬਾਈ ਡੂਇੰਗ ਹੋਵੇ, ਲਰਨਿੰਗ ਪਲੇਵੇ ਮੈਥਡ ਨਾਲ ਹੋਵੇ, ਤਾਂ ਕਿ ਬੱਚਾ ਕਦੀ ਭੁੱਲ ਹੀ ਨਾ ਸਕੇ। ਸਤਿਗੁਰਾਂ ਨੇ ਇਹੋ ਤਰੀਕਾ ਲੱਭਿਆ। ਸਤਿਗੁਰਾਂ ਨੇ ਪਾਣੀ ਦਾ ਲੋਟਾ ਮੰਗਾ ਲਿਆ, ਪਤਾਸੇ ਮੰਗਾ ਲਏ, ਕੰਕਰ ਮੰਗਾ ਲਏ। ਹੁਣ ਸਤਿਗੁਰੂ ਸਿੱਧਾ ਜਵਾਬ ਵੀ ਦੇ ਸਕਦੇ ਸੀ, ਪਰ ਇਤਿਹਾਸਕਾਰ ਦੱਸਦਾ ਸਤਿਗੁਰੂ ਨੇ ਮੰਗਾ ਲਏ ਤੇ ਸਤਿਗੁਰਾਂ ਨੇ ਪਤਾਸਿਆਂ ਦੀ ਗਿਣਤੀ ਕਰਵਾਈ। ਸਿੱਖਾਂ ਨੇ ਗਿਣਤੀ ਕਰ ਲਈ, ਕਹਿਣ ਲੱਗੇ ਇਹ ਤੇ ਪਾਣੀ ਵਿੱਚ ਪਾ ਦਿਓ, ਉਸ ਪਾਣੀ ਵਿੱਚ ਪਾ ਦਿੱਤੇ। ਉਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਨੇ ਉਹ ਕੰਕਰ ਜੋ ਸਨ ਉਹਨਾਂ ਦੀ ਗਿਣਤੀ ਕਰਵਾ ਕੇ ਉਹ ਵੀ ਪਵਾ ਦਿੱਤੇ। ਫਿਰ ਸਤਿਗੁਰੂ ਪਾਤਸ਼ਾਹ ਨੇ ਕਿਹਾ ਇਹਨੂੰ ਥੋੜਾ ਜਿਹਾ ਹਿਲਾ ਲਓ, ਹਿਲਾ ਦਿੱਤੇ। ਸਤਿਗੁਰੂ ਤੋਂ ਸਿੱਖਾਂ ਨੇ ਪੁੱਛਿਆ, ਸਤਿਗੁਰੂ ਸਵਾਲ ਪੁੱਛਿਆ ਸੀ, ਹੁਣ ਸਾਰਿਆਂ ਦੀ ਕੰਸਨਟ੍ਰੇਸ਼ਨ ਉੱਤੇ ਹੈ, ਹੋ ਕੀ ਰਿਹਾ? ਪਲੇਵੇ ਮੈਥਡ ਹੈ। ਸਤਿਗੁਰੂ ਕਹਿਣ ਲੱਗੇ ਭਈ ਹਿਲਾ ਲਓ, ਇਹਨੂੰ ਹਿਲਾ ਲਿਆ। ਕਹਿੰਦੇ ਸਤਿਗੁਰੂ ਤੁਹਾਡੇ ਤੋਂ ਸਵਾਲ ਪੁੱਛਿਆ ਸੀ। ਥੋੜੇ ਚਿਰ ਦੇ ਬਾਅਦ ਪੁੱਛਦੇ ਨੇ ਕਿ ਸਤਿਗੁਰੂ ਦੱਸੋ ਜਿਹੜਾ ਸੱਚਾ ਭਗਤ ਹੈ, ਸੱਚਾ ਧਰਮੀ ਹੈ, ਜਿਹੜਾ ਗੁਰੂ ਦੇ ਸਨਮੁਖ ਹੈ, ਉਹ ਕਿਉਂ ਜਿਹਾ ਹੋਵੇਗਾ ਜਿਹੜਾ ਪ੍ਰਮਾਤਮਾ ਦੇ ਸਨਮੁਖ ਹੈ? ਸਤਿਗੁਰੂ ਕਹਿੰਦੇ ਤੁਹਾਨੂੰ ਜਵਾਬ ਲੱਭਾ ਨਹੀਂ? ਕਹਿੰਦੇ ਜੀ ਨਹੀਂ। ਸਤਿਗੁਰੂ ਨੇ ਕਿਹਾ ਲੋਟੇ ਦੇ ਵਿੱਚ ਹੱਥ ਮਾਰੋ। ਹੱਥ ਮਾਰਿਆ, ਕਹਿਣ ਲੱਗੇ ਇਹਦੇ ਵਿੱਚੋਂ ਪਤਾਸੇ ਬਾਹਰ ਕੱਢ ਕੇ ਲਾਓ। ਸਤਿਗੁਰੂ ਪਤਾਸਾ ਤਾਂ ਹੈ ਹੀ ਕੋਈ। ਸਤਿਗੁਰੂ ਨੇ ਗਏ ਕਿੱਥੇ ਨੇ? ਗਿਣ ਕੇ ਪਾਏ ਸਨ, ਤੁਹਾਡੇ ਸਾਹਮਣੇ। ਕਹਿੰਦੇ ਸਤਿਗੁਰੂ ਉਹਦੇ ਵਿੱਚ ਹੈ ਹੀ ਨਹੀਂ, ਪਿਘਲ ਗਏ ਨੇ, ਇਸ ਦਾ ਹਿੱਸਾ ਬਣ ਗਏ ਨੇ। ਸਤਿਗੁਰੂ ਕਹਿੰਦੇ ਹੱਥ ਮਾਰ ਕੇ ਕੰਕਰ ਬਾਹਰ ਕੱਢ। ਕੰਕਰ ਬਾਹਰ ਕੱਢੇ, ਪੂਰੇ ਸਾਰੇ ਜਿੰਨੇ ਪਾਏ ਸਨ ਉਹਨੇ ਪੂਰੇ ਨੇ। ਸਿੱਖ ਪੁੱਛਦੇ ਨੇ ਸਤਿਗੁਰੂ ਸਵਾਲ ਪੁੱਛਿਆ ਸੀ, ਇਹ ਕੀ ਕੋਤਕ ਹੈ? ਸਤਿਗੁਰੂ ਕਹਿੰਦੇ ਇਹੋ ਜਵਾਬ ਹੈ। ਜਿਹੜਾ ਸੱਚ ਕਰਕੇ ਭਗਤ ਹੋਵੇਗਾ, ਜਿਸ ਨੂੰ ਅਨਿਆਲਾ ਤੀਰ ਵੱਜ ਗਿਆ, ਫਿਰ ਉਹ ਆਪਾ ਭਾਵ ਮਾਰ ਕੇ ਵਿੱਚ ਹੀ ਸਮਾ ਜਾਂਦਾ ਹੈ। ਉਹ ਕਿਤੇ ਆਪਣੀਆਂ ਖੜਾਵਾਂ ਦੀ ਪੂਜਾ ਨਹੀਂ ਕਰਾਉਂਦਾ, ਉਹ ਕਿਤੇ ਆਪਣੇ ਬਿਸਤਰਿਆਂ ਤੇ ਮੰਜਿਆਂ ਦੀ ਪੂਜਾ ਨਹੀਂ ਕਰਵਾਉਂਦਾ, ਉਹ ਕਿਤੇ ਆਕੜ ਕੇ ਲੋਕਾਂ ਦੇ ਦੁੱਖ ਦੂਰ ਕਰਨ ਵਾਲਾ ਦੁੱਖ ਹਰਤਾ ਨਹੀਂ ਬਣਦਾ, ਉਹ ਕਿਤੇ ਲੋਕਾਂ ਨੂੰ ਇਹ ਧੋਖੇ ਵਿੱਚ ਨਹੀਂ ਰੱਖਦਾ ਮੈਂ ਤੁਹਾਡੇ ਘਰ 'ਚ ਬੱਚੇ ਦੀ ਦਾਤ ਦੇ ਰਿਹਾ, ਦਾਤਾ ਨਹੀਂ ਬਣ ਜਾਂਦਾ, ਉਹ ਕਿਤੇ ਰਾਜਕ ਨਹੀਂ ਬਣਦਾ, ਉਹ ਸਮਾ ਜਾਂਦਾ ਹੈ। ਸਤਿਗੁਰ ਕੀ ਜਿਸ ਨੂੰ ਮੱਤ ਆਵੇ ਸੋ ਸਤਿਗੁਰੂ ਮਾਏ ਸਮਾਨਾ। ਸਤਿਗੁਰੂ ਕਹਿੰਦੇ ਜਿਹੜੇ ਕੰਕਰ ਸੀ ਨਾ, ਇਹ ਸਾਰੇ ਦੇ ਸਾਰੇ ਆਪਣੇ ਆਪ ਨੂੰ ਸਾਬਤ ਰੱਖ ਕੇ ਬੈਠੇ ਨੇ, ਸਮਾ ਨਹੀਂ ਸਕੇ ਇਹਦੇ 'ਚ। ਤੇ ਜਿਹੜੇ ਪ੍ਰਮਾਤਮਾ ਦੇ ਭਗਤ ਨੇ ਉਹ ਪਤਾਸੇ ਵਰਗੇ ਨੇ, ਹੱਥ ਮਾਰ ਕੇ ਕੱਢ ਲੋ, ਵਿੱਚੋਂ ਲੱਭਦੇ ਨਹੀਂ, ਸਮਾ ਗਏ ਨੇ, ਆਪਣੇ ਆਪ ਨੂੰ ਪ੍ਰਮਾਤਮਾ ਵੀ ਸਮਾ ਲਿਆ। ਇਸੇ ਕਰਕੇ ਸਤਿਗੁਰ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਬਖਸ਼ਿਸ਼ ਕਰਦੇ ਨੇ, ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਛੇਕ। ਭਗਤ ਜੀ ਕਹਿੰਦੇ ਭਾਈ ਇਹ ਸੱਚ ਜੇ ਕਿ ਜਦੋਂ ਸਤਿਗੁਰੂ ਸੂਰਮੇ ਦਾ ਤੀਰ ਵੱਜਦਾ ਹੈ ਤੇ ਫਿਰ ਉਸ ਦਾ ਇੱਕੋ ਅਨਿਆਲਾ ਤੀਰ, ਭਗਤੀ ਦਾ ਅਨਿਆਲਾ ਤੀਰ, ਸਿਮਰਨ ਦਾ ਅਨਿਆਲਾ ਤੀਰ, ਮਿਲਾਪ ਦੀ ਤੜਪ ਦਾ ਅਨਿਆਲਾ ਤੀਰ, ਬਿਰੋ ਵਿਛੋੜੇ ਦਾ ਅਹਿਸਾਸ ਕਰਾਉਣ ਵਾਲਾ ਅਨਿਆਲਾ ਤੀਰ
ਜਦੋਂ ਵੱਜਦਾ ਹੈ ਤੇ ਫਿਰ ਉਹ ਮਨੁੱਖ ਧਰਤੀ ਦੇ ਉੱਤੇ ਟਹਿ ਪੈਂਦਾ। ਫਿਰ ਉਹਦੀ ਅਵਸਥਾ ਕੀ ਬਣਦੀ ਹੈ? ਗੂੰਗਾ ਹੂਆ ਬਹਿਰਾ, ਬਹਿਰਾ ਹੂਆ ਕਾਨ, ਪਾਵੋਂ ਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ। ਕਬੀਰ ਸਤਿਗੁਰ ਸੁਰ ਮੇ ਬਾਇਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇ ਜੇ ਛੇ। ਵਿਕਾਰਾਂ ਵਾਲੇ ਪਾਸੇ ਜੀਵਨ ਹਟ ਜਾਂਦਾ ਹੈ। ਖਰਵੇ ਕੋੜੇ ਬੋਲ, ਝੂਠ ਨਿੰਦਿਆ ਜ਼ਬਾਨ ਛੱਡ ਦਿੰਦੀ। ਸਤਿਗੁਰ ਕਹਿੰਦੇ ਅਹਿਸਾਸ ਹੋ ਜਾਂਦਾ ਵਿਛੋੜੇ ਦਾ, ਤਾਂਗ ਪੈਦਾ ਹੋ ਜਾਂਦੀ ਹੈ ਮਿਲਾਪ ਦੀ। ਫਿਰ ਉਹ ਕੰਨ ਜੋ ਨੇ ਉਹ ਪੈੜਾ ਸੁਣਨਾ ਇਸ ਤੋਂ ਹਟ ਜਾਂਦੇ ਨੇ। ਗਿਆਨ ਹੋ ਜਾਂਦਾ ਹੈ, ਇਹ ਸ਼ਰਵਣੋਂ ਮੇਰੇ ਹੋ ਸਾਚਾ ਸੁਣਨਾ ਨੋ ਪਠਾਏ। ਗਿਆਨ ਹੋ ਜਾਂਦਾ ਹੈ, ਰਸਨਾ ਕਿਸ ਵਾਸਤੇ ਲੱਭੀ ਹੈ, ਨੇਤਰ ਕਿਸ ਵਾਸਤੇ ਲੱਭੇ ਨੇ। ਅਸੀਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਅੰਦਰ ਉਹ ਸਾਰਾ ਪੱਖ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾ ਦਿੱਤਾ। ਭਾਈ ਨੇਤਰਾਂ ਦਾ ਕਰਮ ਕੀ ਸੀ, ਰਸਨਾ ਦਾ ਕਰਮ ਕੀ ਸੀ, ਕੰਨ ਜੋ ਸਨ ਉਹ ਕਿਹਦੇ ਵਾਸਤੇ ਸਨ। ਸਤਿਗੁਰੂ ਇਹ ਅਨਿਆਲੇ ਤੀਰ ਜਦੋਂ ਵੱਜਦਾ ਹੈ ਨਾ ਤੇ ਫਿਰ ਮਹਾਰਾਜ ਕਹਿੰਦੇ ਨੇ ਫਿਰ ਧਰਤੀ ਦੇ ਉੱਤੇ ਡਿੱਗ ਪੈਂਦਾ। ਪਰ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਨੇ ਇੱਕ ਹੋਰ ਕਮਾਲ ਦੀ ਗੱਲ ਕਿ ਭਾਈ ਉਹ ਗੁਰੂ ਕਰੇਗਾ ਕੀ ਜਦੋਂ ਸਿੱਖਾਂ ਦੇ ਅੰਦਰ ਹੀ ਚੂਕ ਹੋ ਜਾਵੇ। ਕਿ ਵੀ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੇ ਚੂਕ, ਅੰਧੇ ਏਕ ਨਾ ਲਾਗੇ ਜੋ ਬਾਂਸ ਬਜਾਈਐ ਫੂਕ। ਕਹਿਣ ਲੱਗੇ ਜੇ ਕਿਤੇ ਬਾਂਸ ਦੀ ਤਰ੍ਹਾਂ ਦੌੜਾ ਹੋ ਜਾਵੇ, ਇੱਕ ਪਾਸਿਓਂ ਸੁਣ ਲਿਆ ਦੂਜੇ ਪਾਸਿਓਂ ਕੱਢ ਲਿਆ, ਸਿਧਾਂਤ ਨੂੰ ਅਪਣਾਇਆ ਨਹੀਂ, ਗੱਲ ਤਾਂ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਪੜ੍ਹ ਲਈ, ਮੂਲ ਮੰਤਰ ਦੇ ਵਿੱਚ ਰੱਬੀ ਸਰੂਪ ਨੂੰ ਦੇਖ ਲਿਆ ਤੇ ਫਿਰ ਜੰਡ ਨੂੰ ਵੀ ਰੱਬ ਮੰਨ ਲਿਆ, ਪੱਥਰ ਨੂੰ ਵੀ ਰੱਬ ਮੰਨ ਲਿਆ, ਜਾਨਵਰਾਂ ਨੂੰ ਵੀ ਰੱਬ ਮੰਨ ਲਿਆ, ਪਖੰਡੀਆਂ ਨੂੰ ਵੀ ਰੱਬ ਮੰਨ ਲਿਆ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਉੱਥੇ ਚਾਰਾ ਕੀ ਹੈ? ਫਿਰ ਅਨਿਆਲੇ ਤੀਰ ਵੱਜੇ ਨਹੀਂ ਨਾ, ਫਿਰ ਉਹ ਖੁੱਬੇ ਨਹੀਂ, ਕਿਉਂਕਿ ਉਹਨੇ ਉੱਪਰੋਂ ਦੀ ਬੁਲਟ ਜੋ ਜੈਕਟ ਪਾ ਕੇ ਰੱਖੀ ਹੋਈ ਹੈ, ਬੁਲਟ ਪ੍ਰੂਫ ਜੈਕਟ, ਉਹ ਜੋ ਮਨਮਤ ਦੀ ਬੁਲਟ ਪ੍ਰੂਫ ਦੀ ਜੈਕਟ ਹੈ, ਉਹ ਜੋ ਹਉਮੈ ਦੀ ਜੈਕਟ ਹੈ, ਹੰਕਾਰ ਦੀ ਜੈਕਟ ਹੈ, ਲੋਭ ਦੀ ਜੈਕਟ ਹੈ, ਮੋਹ ਦੀ ਜੈਕਟ ਹੈ, ਉਹ ਜੋ ਉਹਦੇ ਅੰਦਰ ਖੁਦੀ ਦੀ ਜੈਕਟ ਹੈ, ਜੋ ਵਕੀਲੀ ਦੀ ਜੈਕਟ ਹੈ। ਤੇ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਉਹ ਡਿੱਗਿਆ ਨਹੀਂ, ਢੱਠਾ ਨਹੀਂ, ਤੇ ਫਿਰ ਉਹਦੇ ਜੀਵਨ ਦੇ ਅੰਦਰ ਪਰਿਵਰਤਨ ਨਹੀਂ ਹੋ ਸਕਦਾ। ਤੇ ਫਿਰ ਜੋ ਅਗਲੇ ਪਦੇ ਦੇ ਅੰਦਰ ਗੱਲ ਕੀਤੀ ਕਿ ਭਾਈ ਸੰਸਾਰ ਵਿੱਚ ਦੇਖਣ ਦੇ ਵਿੱਚ ਧਰਮੀ ਸਾਰੇ ਇੱਕੋ ਜਿਹੇ, ਧਰਮ ਦਾ ਲਿਬਾਸ ਪਾਇਆ ਹੋਇਆ, ਵੱਡੇ ਵੱਡੇ ਡੇਰੇ ਤੇ ਆਸ਼ਰਮ ਵੀ ਬਣਾਏ ਹੋਣਗੇ, ਬੜੇ ਚੰਗੇ ਚੰਗੇ ਪ੍ਰਵਚਨ ਵੀ ਹੁੰਦੇ ਹੋਣਗੇ, ਦੁਨੀਆ ਵੀ ਨਾਲ ਚਲਦੀ ਹੈ, ਲੇਕਿਨ ਮਿਲਾਪ ਕਿਹਨਾਂ ਦਾ? ਸਵਾਲ ਖੜਾ ਹੋ ਗਿਆ ਭਾਈ ਮਿਲਾਪ ਕਿਹਨਾਂ ਦਾ? ਕਿਹਨਾਂ ਦਾ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਰਿਹਾ ਹੈ? ਉਹ ਸੁਹਾਗਣ ਕਿਹੜੀ ਹੈ ਜਿਹੜੀ ਕੰਤ ਨੂੰ ਪਿਆਰੀ ਹੋ ਗਈ, ਜਿਹੜੀ ਆਪਣੇ ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਹੋ ਗਈ, ਜਿਹੜੀ ਆਪਣੇ ਪਤੀ ਨੂੰ ਪ੍ਰਵਾਨ ਹੋ ਗਈ। ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਹੀ ਸਮਝਾਇਆ, ਜੋ ਭਗਤ ਜੀ ਅਗਲੇ ਪਦੇ ਵਿੱਚ ਆਖਰ ਦੇ ਪਦੇ ਵਿੱਚ ਸਮਝਾਉਂਦੇ ਨੇ, ਉਹ ਸਤਿਗੁਰੂ ਪਾਤਸ਼ਾਹ ਦੀ ਬਾਣੀ ਨੇ ਥਾਂ ਥਾਂ ਸਮਝਾਇਆ ਕਿ ਭਾਈ ਪ੍ਰਵਾਨਗੀ ਕਿਵੇਂ ਹੈ। ਕੇਵਲ ਭੇਖ ਦੇ ਨਾਲ ਪ੍ਰਵਾਨਗੀ ਨਹੀਂ, ਗੁਨਾਹ ਕਾਰਨ ਪ੍ਰਵਾਨਗੀ ਹੈ। ਜੇ ਕਦੇ ਵਿਛੋੜੇ ਦੀ ਤੜਪ ਨੇ ਤੇਰੇ ਅੰਦਰ ਪ੍ਰੀਤ ਉਤਪੰਨ ਕਰ ਦਿੱਤੀ, ਪਿਆਰ ਉਤਪੰਨ ਕਰ ਦਿੱਤਾ, ਤੂੰ ਉਸ ਪ੍ਰਮਾਤਮਾ ਦੀ ਯਾਦ ਦੇ ਵਿੱਚ ਹਰ ਵੇਲੇ ਜੁੜ ਗਿਆ ਆਪਣੇ ਪਤੀ ਪਰਮੇਸ਼ਵਰ ਦੀ, ਤੇ ਫਿਰ ਉਹਨਾਂ ਗੁਨਾਹ ਕਰਕੇ ਪਤੀ ਪਰਮੇਸ਼ਵਰ ਦੇ ਗੁਣ ਧਾਰਨ ਕਰਕੇ ਤੇਰਾ ਮਿਲਾਪ ਹੋ ਸਕਦਾ। ਗੁਣਵੰਤੀ ਸ਼ੋਰਾਵਿਆ ਨਿਰਗੁਣ ਕੂਕੇ ਕਾਏ, ਜੇ ਗੁਣਵੰਤੀ ਥੀ ਰਹਿ ਪੀਸੋ ਰਾਵਣ ਜਾ। ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਸਤਿਗੁਰੂ ਕਹਿੰਦੇ ਭਾਈ ਗੁਣਵੰਤੀ ਗੁਣ ਧਾਰਨ ਕਰਕੇ ਹੀ ਉਸ ਪ੍ਰਮਾਤਮਾ ਦੇ ਨਾਲ, ਪਤੀ ਦੇ ਨਾਲ ਮਿਲਾਪ ਹੋ ਸਕਦਾ। ਤੇ ਉਹ ਗੁਣ ਕਿਹੜੇ ਨੇ? ਸਤ ਸੰਤੋਖ ਸਦਾ ਸੱਚ ਪੱਲੇ, ਸੱਚ ਬੋਲੇ ਪਿਰ ਭਾਏ, ਨਾਨਕ ਵਿਛੜ ਨਾ ਦੁਖ ਪਾਏ, ਗੁਰਮਤ ਅੰਕ ਸਮਾਏ। ਸਤਿਗੁਰੂ ਇਹ ਗੁਣ ਧਾਰਨ ਕਰ, ਸਤ ਦਾ, ਸੰਤੋਖ ਦਾ, ਸੱਚ ਦਾ, ਸੱਚ ਬੋਲੇ ਪਿਰ ਭਾਏ। ਮਰ ਕੇ ਫਿਰ ਇਹੋ ਜਿਹੇ ਜਦੋਂ ਗੁਣਾਂ ਦਾ ਧਾਰਨੀ ਹੋ ਜਾਂਦੀ ਹੈ, ਇਹ ਜੀਵ ਰੂਪੀ ਇਸਤਰੀ ਵਿਛੋੜਾ ਨਹੀਂ, ਫਿਰ ਉਸ ਪ੍ਰਮਾਤਮਾ ਦੇ ਨਾਲ, ਆਪਣੇ ਪਤੀ ਦੇ ਨਾਲ ਉਸ ਦੇ ਦਰ ਦੇ ਉੱਤੇ ਪ੍ਰਵਾਨਗੀ ਹੈ। ਜਾਂ ਸੁਖ ਤਾਂ ਸੋ ਰਾਵਿਓ, ਦੁੱਖ ਵੀ ਸੰਭਾਲਿਓਏ, ਨਾਨਕ ਕਹਿ ਸਿਆਣੀਏ, ਇਹ ਕੰਤ ਮਿਲਾਵਾ ਹੋਏ। ਸਤਿਗੁਰੂ ਕਹਿੰਦੇ ਜੇ ਕਦੇ ਸੁਖ ਹੋਵੇ ਜਾਂ ਦੁੱਖ ਹੋਵੇ, ਇਹ ਫਿਰ ਆਪਣੇ ਪਤੀ ਪਰਮੇਸ਼ਵਰ ਨਾਲ ਜੁੜੀ। ਇਹਦੇ ਰਸਤੇ ਦੇ ਅੰਦਰ ਇਹ ਚੀਜ਼ਾਂ ਰੁਕਾਵਟ ਨਹੀਂ ਬਣ ਰਹੀਆਂ, ਕਿਉਂਕਿ ਉਹ ਪ੍ਰੀਤ ਜੋ ਉਤਪੰਨ ਹੋਈ ਹੈ ਵਿਛੋੜੇ ਦੇ ਵਿੱਚੋਂ, ਉਹ ਕੇਵਲ ਤੇ ਕੇਵਲ ਮਿਲਾਪ ਵੱਲ ਹੀ ਤਾਂਘ ਕਰ ਰਹੀ ਹੈ। ਉਸ ਮਿਲਾਪ ਦੇ ਰਸਤੇ ਦੇ ਅੰਦਰ ਕੋਈ ਚੀਜ਼, ਭਾਵੇਂ ਦੁਨਿਆਵੀ ਸੁੱਖ ਹੈ, ਭਾਵੇਂ ਦੁਨਿਆਵੀ ਦੁੱਖ ਹੈ, ਉਹ ਕੋਈ ਰੁਕਾਵਟ ਨਹੀਂ ਬਣਦੀ
ਉਹ ਸੁੱਖ ਤੇ ਦੁੱਖ ਇੱਕ ਪਾਸੇ ਰਹਿ ਜਾਂਦੇ ਨੇ। ਸੁੱਖਾਂ ਵਿੱਚ ਵੀ ਉਸੇ ਖਸਮ ਦਾ ਚੇਤਾ, ਉਹਦਾ ਸਿਮਰਨ, ਉਹਦੀ ਯਾਦ ਹੀ ਬਣੀ ਹੈ। ਤੇ ਜੇ ਕਿਤੇ ਕੋਈ ਦੁਨਿਆਵੀ ਦੁੱਖ ਹੈ ਉਹਦੇ ਵਿੱਚ ਵੀ ਜੁੜੀ ਹੋਈ। ਤੇ ਸਤਿਗੁਰੂ ਪਾਤਸ਼ਾਹ ਨੇ ਉਹ ਸੁਹਾਗਣ ਦੇ ਗੁਣ ਦੱਸੇ ਨੇ। ਨਾਨਕ ਸੁਹਾਗਣ ਕੇ ਕਿਆ ਚਿਹਨ ਹੈ, ਅੰਦਰ ਸੱਚ ਮੁਖ ਉਜਲਾ, ਖਸਮੈ ਮਾਏ ਸਮਾਏ। ਮਤਲਬ ਕਿ ਅੰਦਰੋਂ, ਅਸੀਂ ਆਨੰਦ ਸਾਹਿਬ ਦੇ ਅੰਦਰ ਪੜ੍ਹਿਆ ਨਾ ਕਿ ਭਈ ਪ੍ਰਵਾਨ ਹੋਣ ਵਾਲਾ ਅੰਦਰੋਂ ਤੋਂ ਬਾਹਰੋਂ ਇੱਕ ਜਿਹਾ ਹੋਣਾ ਚਾਹੀਦਾ, ਨਿਰਮਲ ਅੰਦਰੋਂ ਤੇ ਬਾਹਰੋਂ ਦੋਵੇਂ ਪਾਸੋਂ ਹੋਣਾ ਚਾਹੀਦਾ। ਤੇ ਸਤਿਗੁਰੂ ਨਾਨਕ ਸੁਹਾਗਣ ਕੇ ਕਿਆ ਚਿਹਨ ਹੈ, ਅੰਦਰੋਂ ਸੱਚ ਮੁਖ ਉਜਲਾ, ਖਸਮੈ ਮਾਏ ਸਮਾਏ। ਕੀ ਨਿਸ਼ਾਨੀਆਂ ਨੇ? ਅੰਦਰ ਸੱਚ ਹੈ, ਹਰ ਵੇਲੇ ਗੁਨਾਹ ਦੇ ਕਾਰਨ ਉਹਦਾ ਮੁਖ ਉਜਲਾ ਹੈ, ਤੇ ਫਿਰ ਖਸਮ ਦੇ ਵਿੱਚ, ਮਾਲਕ ਦੇ ਅੰਦਰ ਹਰ ਵੇਲੇ ਸਮਾਈ ਹੋਈ, ਹਰ ਵੇਲੇ ਉਹਦੀ ਯਾਦ ਦੇ ਅੰਦਰ। ਇੱਥੇ ਤਾਂ ਅਸੀਂ ਜਿਹੜੇ ਧਰਮੀ ਕੋ ਆਉਣ ਵਾਲੇ ਨੇ, ਖਸਮ ਤੋਂ ਅੱਗੇ ਹੋ ਕੇ ਦੌੜਦੇ, ਉਹੀ ਉਹ ਨਕਲਾਂ ਕਰੀ ਜਾ ਰਹੇ ਨੇ। ਭਾਈ ਸਾਨੂੰ ਲੋਕੀ ਚੰਗਾ ਧਰਮੀ ਸਮਝ ਲੈ, ਕੇਵਲ ਸ਼ਿੰਗਾਰ ਹੀ ਸ਼ਿੰਗਾਰ, ਕੱਪੜੇ ਕਿਉਂ ਜੇ ਪਾਣੇ ਨੇ, ਅਸੀਂ ਬੋਲ ਕਿਉਂ ਜੇ ਬੋਲਣੇ ਨੇ, ਦੁਨੀਆ ਨੂੰ ਨਾਲ ਕਿਵੇਂ ਤੋਰਨਾ ਹੈ। ਸਤਿਗੁਰ ਇਹਦੇ ਨਾਲ ਥੋੜੀ ਮਿਲਾਪ ਹੈ। ਮਿਲਾਪ ਤਾਂ ਹੈ ਅੰਦਰ ਵੀ ਸੱਚ ਹੋਵੇ ਤੇ ਖਸਮ ਦੇ ਵਿੱਚ ਸਮਾਇਆ ਹੀ ਮਿਲਾਪ ਹੈ। ਇਨ ਪਿਰ ਪੁਰਖ ਨਾ ਜਾਣੇ, ਸਾਚੇ ਗੁਰ ਕੈ ਹੇਤ ਅਪਾਰ। ਆਪਣੇ ਪਤੀ ਤੋਂ ਬਿਨਾ, ਆਪਣੇ ਖਸਮ ਤੋਂ ਬਿਨਾ ਕਿਸੇ ਹੋਰ ਨੂੰ ਪੁਰਖ ਮੰਨਦੀ ਹੀ ਨਹੀਂ। ਸੁਹਾਗਵਤੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਜੀਵ ਰੂਪੀ ਇਸਤਰੀ, ਕਿਉਂਕਿ ਸੰਸਾਰਕ ਜੋ ਟਰਮੀਨੋਲੋਜੀ ਹੈ ਉਹੀ ਇਸਤੇਮਾਲ ਕੀਤੀ ਜਾ ਰਹੀ ਹੈ। ਸੁਹਾਗਣ ਇਸਤਰੀ ਕੌਣ ਹੈ? ਜਿਹੜੀ ਕੇਵਲ ਤੇ ਕੇਵਲ ਆਪਣੇ ਪਤੀ ਦੇ ਨਾਲ ਹੀ ਆਪਣੇ ਆਪ ਨੂੰ ਹਰ ਵੇਲੇ ਜੋੜ ਕੇ ਰੱਖਦੀ ਹੈ, ਉਹਦੀ ਯਾਦ ਵਿੱਚ ਹੈ, ਉਹਦੇ ਗੁਣਾਂ ਦੇ, ਉਹਦੇ ਅਨੁਸਾਰ ਹੀ ਜੀਵਨ ਨੂੰ ਜੀ ਰਹੀ, ਕਿਸੇ ਹੋਰ ਵੱਲ ਕਦੀ ਝਾਕ ਵੀ ਨਹੀਂ ਰੱਖਦੀ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹੋ ਤੇ ਗੱਲ ਹੈ ਕਿ ਜਿਹੜੀ ਸੁਹਾਗਣ ਹੈ ਉਹ ਆਪਣੇ ਪਤੀ ਤੋਂ ਬਿਨਾ ਕਿਸੇ ਹੋਰ ਨੂੰ ਮਰਦ ਸਮਝਦੀ ਨਹੀਂ। ਬਿਨ ਪਿਰ ਪੁਰਖ ਨਾ ਜਾਣੇ, ਸਾਚੇ ਗੁਰ ਕੈ ਹੇਤ ਅਪਾਰ। ਤੇ ਸਤਿਗੁਰੂ ਨੇ ਜਿਹੜੀ ਜੀਵ ਰੂਪੀ ਇਸਤਰੀ, ਇਹਦੇ ਵੀ ਤੇ ਲੱਛਣ ਹੀ ਹੋਣੇ ਕਿ ਜੇ ਕਿਤੇ ਸੱਚ ਕਰਕੇ ਧਰਮੀ ਹੈ, ਭਗਤ ਹੈ, ਸਿਮਰਨ ਕਰਨ ਵਾਲੀ ਹੈ, ਉਸ ਪਤੀ ਪਰਮੇਸ਼ਵਰ ਦੀ ਯਾਦ ਦੇ ਵਿੱਚ ਹੈ, ਤੇ ਆਪਣੇ ਪਤੀ ਪਰਮੇਸ਼ਵਰ ਤੋਂ ਬਿਨਾ ਹੋਰ ਕਿਸੇ ਨੂੰ ਪੁਰਖ ਮੰਨਦੀ ਹੀ ਨਹੀਂ। ਤੇ ਅਸੀਂ ਫੇਰ ਉਹੀਓ ਗੱਲ ਆ ਗਈ, ਅਸੀਂ ਤਾਂ ਕਰਤੇ ਨੂੰ ਛੱਡ ਕੇ ਕਿਰਤਮ ਦੀ ਪੂਜਾ ਵਿੱਚ ਲੱਗੀ ਦੁਨੀਆ, ਤੇ ਫਿਰ ਠਗਿਆ ਜਾ ਰਿਹਾ ਮਨੁੱਖ ਨੂੰ। ਥਾਵਾਂ ਦੇ ਨਾਲ ਜੁੜ ਕੇ, ਜੰਡਾ ਬੂਟੀਆਂ ਪੱਥਰਾਂ ਨਾਲ ਜੁੜ ਕੇ, ਜਾਨਵਰਾਂ ਨਾਲ ਜੁੜ ਕੇ, ਬੰਦਿਆਂ ਦੇ ਨਾਲ ਜੁੜ ਕੇ। ਤੇ ਸਤਿਗੁਰੂ ਕਹਿੰਦੇ ਨੇ ਭਾਈ ਮਨੁੱਖ, ਮਨ ਦੇ ਅੰਦਰ ਸਵਾਲ ਉੱਠਦਾ, ਪ੍ਰਵਾਨਗੀ ਕਿਵੇਂ ਹੋਵੇਗੀ? ਪਤੀ ਪ੍ਰਵਾਨ ਕਿਵੇਂ ਕਰੇਗਾ? ਤੇ ਗੁਰਬਾਣੀ ਦੇ ਅੰਦਰ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ, ਸਹਿਜ ਸੰਤੋਖ ਸ਼ਿੰਗਾਰੀਆ ਮਿੱਠਾ ਬੋਲੋ। ਸਹਿਜ ਤੇ ਸੰਤੋਖ ਵੀ ਸ਼ਿੰਗਾਰੀ ਹੋ, ਮਿੱਠੇ ਬੋਲ ਹੋਣ। ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਪਤੀ ਵਸ ਵਿੱਚ, ਪਤੀ ਪਰਮੇਸ਼ਵਰ ਦੇ ਦਰ ਦੇ ਉੱਤੇ ਪ੍ਰਵਾਨਗੀ ਹੈ। ਭਰਤਾ ਕਹਿ ਸੋ ਮਾਨੀਐ, ਇਹ ਸ਼ਿੰਗਾਰ ਬਣਾਏ ਰੀ, ਦੂਜਾ ਭਾਉ ਵਿਸਾਰੀਐ, ਇਹ ਤਬੋਲਾ ਖਾਏ। ਕਿੰਨੇ ਗੁਣ ਜੋ ਸਤਿਗੁਰੂ ਪਾਤਸ਼ਾਹ ਦੱਸ ਰਹੇ ਨੇ ਕਿ ਭਾਈ ਕਿਸ ਤਰੀਕੇ ਦੇ ਨਾਲ ਜੋ ਹੈ ਪਤੀ ਨੂੰ ਪਤਨੀ ਪਿਆਰੀ ਹੋ ਸਕਦੀ ਹੈ। ਉਸ ਪਤੀ ਪਰਮੇਸ਼ਵਰ ਦੇ ਦਰ ਦੇ ਉੱਤੇ ਜੀਵ ਰੂਪੀ ਇਸਤਰੀ ਦੀ ਪ੍ਰਵਾਨਗੀ ਕਿਵੇਂ ਹੋ ਸਕਦੀ? ਕਿਉਂਕਿ ਭਗਤ ਕਬੀਰ ਜੀ ਨੇ ਸਵਾਲ ਕੀਤਾ ਭਾਈ ਕਿਹੜੀਆਂ ਪ੍ਰਵਾਨ ਹੋ ਗਈਆਂ? ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਤਨ ਸੁਹਾਗਣ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਪਮਾਨੈ। ਪਤੀ ਪਰਮੇਸ਼ਵਰ ਦੇ ਹੁਕਮ ਨੂੰ ਮੰਨਣਾ, ਪਤੀ ਪਰਮੇਸ਼ਵਰ ਨੂੰ ਪਹਿਚਾਨਣਾ, ਫਿਰ ਅਪਮਾਨ ਦਾ ਤਿਆਗ ਕਰਨਾ। ਪ੍ਰੈਸਿਓ ਰਾਤੀ ਰਲਿਆ ਮਾਨੈ, ਸੁਣ ਸਕੀਏ ਪ੍ਰਭ ਮਿਲਨ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਂ ਦੀ। ਭਾਈ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਦਾ ਤਰੀਕਾ ਕੀ ਹੈ ਕਿ ਮਨ ਤਨ ਅਰਪ ਕੇ ਲੋਕਾਂ ਦੀ ਲਾਜ, ਲੋਕੀ ਕੀ ਕਹਿਣਗੇ, ਦੁਨੀਆ ਕੀ ਕਹੇਗੀ, ਸਤਿਗੁਰੂ ਨੇ ਇਸ ਪਾਸਿਓਂ ਹਟ ਜਾਂਦੀ ਹੈ। ਸਖੀ ਸਹੇਲੀ ਕੋ ਸਮਝਾਵੈ ਸੋਈ ਕਮਾਵੈ, ਜੋ ਪ੍ਰਭ ਭਾਵੈ ਸਾ ਸੁਹਾਗਣ ਅੰਕ ਸਮਾਵੈ। ਗਰਭ ਗਹਿਲੀ ਮੈਲ ਨਾ ਪਾਵੈ, ਫਿਰ ਪਛਤਾਵੈ ਜਬ ਰਹਿਣ ਰਿਹਾ। ਸਤਿਗੁਰੂ ਪਾਤਸ਼ਾਹ ਦੇ ਅਹੰਕਾਰ ਦੇ ਅੰਦਰ ਰਤੀ ਹੋਈ ਇਹ ਜੋ ਜੀਵ ਰੂਪੀ ਇਸਤਰੀ ਹੈ ਪ੍ਰਵਾਨ ਨਹੀਂ ਹੋ ਸਕਦੀ। ਤੇ ਫਿਰ ਅਹੰਕਾਰ ਕੋਈ ਨਹੀਂ। ਹੁਣ ਜਦੋਂ ਇਕਮਿਕ ਹੋ ਗਈ, ਪ੍ਰਵਾਨਗੀ ਚ ਆ ਗਈ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਕਹਿੰਦੀ ਕੀ ਹੈ, ਗੁਣ ਅਵਗੁਣ ਮੇਰੋ ਕਿਛ ਨਾ ਵਿਚਾਰੋ, ਮੈਂ ਦੇਖਿਓ ਰੂਪ ਰੰਗ ਸ਼ਿੰਗਾਰੋ, ਚੱਜ ਅਚਾਰ ਕਿਛ ਵਿਦ ਨਹੀਂ ਜਾਣੀ, ਬਾਹ ਪਕੜ ਪ੍ਰਭ ਸੇ ਜਾਣੀ। ਫਿਰ ਕੋਈ ਅਹੰਕਾਰ ਨਹੀਂ। ਕਹਿੰਦੀ ਭਾਈ ਨਾ, ਮੇਰੇ ਕੋਲ ਕੋਈ ਚੱਜ ਅਚਾਰ ਨਹੀਂ, ਮੇਰੇ ਕੋਲ ਕੋਈ ਗੁਣ ਨਹੀਂ,
मेरा उस मालिक ने कुछ नहीं देखा, रूप रंग कुछ नहीं देखा, बस वो बख्शिश के घर च आ गया, बाह पकड़ के मैं उस सेज उत्ते लाया। सुनबो सखी कंत हमारो की अलोख समाना, कर मस्तक धार राखियो कर अपना, क्या जाना है ये लोक अजाना। सतगुरु कहते भाई जो उसने मस्तक के उत्ते हथ रख लिया, प्रवान कर लिया, पकड़ के सेज दे उत्ते लै आई, बख्शिश के घर विच आ गया, ते मेरी मेहनत दे नाल गल नहीं बनी, जिहड़ी गल बनी है वो गल ओदी बख्शिश दे नाल बन गई। इसे करके सतगुरु बार बार समझाते ने भाई मनुख, बेअंत उदाहरणा गुरबाणी के अंदर बेअंत प्रमाण सतगुरां ने बख्शिश किए ने कि भाई जे कदे प्रवानगी चाहती है तो फिर जाके देख किस तरह गुणां दे नाल प्रवानगी है। गुणां दे नाल ही परमात्मा के दर के उत्ते अपने मालिक के कोल प्रवानगी है। जे कदे गुण नहीं तो फिर उत्थे अवस्था है मनमुख मैली कामनी कुल अखनी कुनार, पीर छोड़िया कर अपना पर पुरखा नाल प्यार, तृष्णा कदे ना चुकी बिन नावै कुरूप कुलखणी पर हर छोड़ी पता। सतगुरु पातशाह कहते हैं भाई मनुख जे कदे मैले जीवन है, विकार ही विकार ने, ते फिर एक मालक पति परमेश्वर को छड़ के होर थां दीयां झाकां ने, प्रवानगी नहीं हो सकती। प्रवानगी केवल ते केवल परमात्मा दे गुण गायन कीतियां है, गल्ली असी चंगियां आचारी बुरियां, मनोक सुधा कालियां बाहरों चिटवियां, रीसां करे किनारियां जो सेवे अंदर खड़ियां। इहदे नाल गल बनन वाली नहीं। जे कदे इहो जिहा जीवन होवेगा केवल गल्लां दे नाल, फिर प्रवानगी नहीं हुंदी। सो भगत जी शब्द के अंदर जो बख्शिश कर रहे ने, कत नहीं ठौर मूल कत लावो, खोजत तन में ठौर ना पावो। कहते जिहड़ी परमात्मा दी विछोड़ा है, पति परमेश्वर नालों जिहड़ा विछोड़ा है, वो किते शरीर दे विचों दिसदा नहीं। कत नहीं ठौर मूल कत लावो, भाई वो थां लभदी नहीं कि जिथे जख्म होवे विछोड़े दा, ते जिहदे विच कोई दवाई जो है, जड़ी बूटी जो है वो लाई जा सके। कबीर जी बख्शिश करते हैं भाई मनुख, ये जो परमात्मा का विछोड़ा है ये बाहरों दी नहीं दिसदा। कि कोई मनुख सोचे बाहरों दी सानू दिस पवेगा कि परमात्मा का विछोड़ा इस मनुख के अंदर, कहते नहीं। भगत जी कहते नहीं, मैं ढूंढ करके देख लिया, भाल करदियां भी शरीर विच किते ऐसी कोई थां नहीं लभी जिथों बिरहों दी विछोड़े दी पीड़ दसी जा सके। ये एहसास होंदी, ये महसूस होंदी है। ये विछोड़े दी जो पीड़ है ये बाकी पासों हटा के उहदे सिमरन दे विच, उहदे चेते दे विच ला दिंदी। ये मिलाप की तड़प पैदा करती। जदों तक विछोड़ा ही नहीं, मिलाप नहीं हो सकता। सतगुरु कहते इसे करके बिरहा बिरहा आकी है, बिरहा तू सुल्तान, विछोड़ा बादशाह है। इसने दूजे पासों रोक लिया, उस परमात्मा के सिमरन चला दिता, एक पासे कर लिया, बस इको तरफ है मिलाप हो जावे। हर वेले याद है उस परमात्मा दी, उस प्रभु परमात्मा दी, हर वेले अपने प्रीतम दी, प्यारे दी वो याद बनी हुई है। खोजत तन में ठौर ना पावो, जी कहते शरीर विच जे ए जी थां है ही नहीं तो फिर ये दवाई में कित्थे लावां। ये जो मूल है, मूल दवाई जड़ी बूटी लावां कित्थे। विछोड़े की थां ते दिसदी नहीं। विछोड़ा एहसास का नाम अंदर उपजिया, अंदर पैदा होया, बाहरों दी नहीं। बाहरों दे जख्म, बाहरों दी तकलीफां, उन्होंने बाहरों दी दवाई लग सकती है, पर जिथे बिरहो दी तड़प पैदा है, जिथे विछोड़े का एहसास है, तो फिर भगत जी कहते हैं उत्थे वो शरीर विच किते वो थां लभदी नहीं। दवाई लाइए ते लाइए कि लागी होए सो जाने पीर, राम भगत अनियाले तीर। अनियाले तो बाद हुंदा त्रिखी। भगत जी कहते हैं भाई जिसनों लगी हुई होवे ना पीड़, जिन्हों विछोड़े का एहसास होया हो, उही दस सकदा। इत्थे दोवें गल्लां ने, भगती ते विछोड़े का एहसास। जिन्हें चाखी सोई जाना गूंगे की मिठाई। भाई गूंगे नूं मिठाई खवा दईए, वो की दसेगा, कोई नहीं दस सकता। जिन्हें विछोड़े दी, जिहदे अंदर विछोड़े का एहसास हो गया ना, वो दस ही नहीं सकता किन्ना उहदे अंदर दर्द है, किन्नी तकलीफ है। ते जिन्हों भगती दे अनियाले तीर लग गए, जिन्हों भगती का रस आना शुरू हो गया, वो दस ही नहीं सकता कि भगती के अंदर आनंद की है।
पाछे भगत जी कहते लागी होए सो जाना पीर राम भगत अनियाले तीर जिसनों प्रभु परमात्मा के तीरां दे लगे हुए जख्मां की दर्द हो रही होवे वो ही जानता है कि ये पीड़ ये दर्द ये तकलीफ क्यों जी है। प्रभु भगती अनियाले अनिया वाले त्रिखे तीरां वांग है। एक पाए देखो सब नारी क्या जानो शै कौन प्यारी। हुण भगत जी गल कर रहे हैं कि देखने विच सारियां श्रृंगार कीतियां होईयां स्त्रियां सारियां एक जिहियां दिसदियां। हुण दुनियावी स्त्रियां भी देखी है, किसी ने मंगल सूत्र पाया है, बिंदी भी लाई है, मत्थे के उत्ते संदूर भी जो है सिर दे विच पाया होया है, और जो सुहाग दे निशानियां ने वो सारियां कीतियां ने, क्योंकि इत्थे पुरातन मत सी सनातन मत ਉਹਦੇ अनुसार कोई निशानियां दसियां जांदियां वो सारियां करके रखियां। ये सारियां प्रवान ने पतियां दे, कई तो झगड़ के दिन रात जीवन गुजार रही होंगी, कई घरां दे अंदर कलेश होवेगा, लेकिन कि सारे प्रवान हो गए कि वो सारियां जो प्रवान हो गई नहीं। हुण भगत जी बख्शिश कहते मैं देखण विच तां सारियां लभदियां ने भाई, सारियां दे कोल धर्म दा वो जो श्रृंगार है कीता होया है। मैं सब जीव स्त्रियां नूं एक प्रभु दे प्यार विच वेख रिहा कि भाई सारे ਉਹਦੇ ਨਾਲ प्यार करने वालियां ने, सारियां ने श्रृंगार किया है। पर भगत जी कहते मैं क्या जाना कि इन्हां दे विचों किहड़ी जीव स्त्री प्रभु पति नूं प्यारी है। बाहरी भेख दे उत्ते रिझदा नहीं, बाहरी भेख दे उत्ते असीं सारे कह लैंदे आ ਇਹ भी धर्मी है, ਇਹ भी धर्मी है, इस वर्गा संत कोई नहीं, इस वर्गा बाबा कोई नहीं। पर अंदरों दी तां परमात्मा उसे नूं ही प्रवान करदा है जिस जिहड़ा परमात्मा नूं उस पति परमेश्वर नूं जिस दे गुण जो ने चंगे लगते हैं, जो पिछे असीं विचार करके आए कि प्रवानगी किहनां दी है, सुहागन कौन किहड़े जो है पति नूं चंगी लगती है। ते सतगुरु पातशाह दी बाणी दे अंदर भगत जी कहंदे ने एक है पाए देखो सब नारी क्या जानो शै कौन प्यार। भाई देखण विच सारियां जीव रूपी स्त्रियां प्रभु प्यार विच ही दिसदियां ने, पर उस प्रभु प्यार परमात्मा नूं किहड़ी प्यारी है ये मैनूं नहीं पता। ये दुनियावी मनुख इसदा फैसला नहीं कर सकता, क्योंकि ये अंदर विछोड़े की तड़प किन्नी है, मिलाप की तांग किन्नी है, अनियाले भगती के तीर किन्ने वजे हुए ने, किन्ने खुटे हुए ने, किन्ना सिमरन चल रहा है, किन्नी उहदी परमात्मा के गुणां नूं धारण कर गई है। ये उहदे उत्ते ही जाके निबेड़ा है। को कबीर जांकै मस्तक भाग सब पर हर ताको मिला सुहाग। हुण भगत जी कहंदे ने कि भाई जिस दे मत्थे दे लेख बिरहो दी तड़प भी मत्थे तो दिसदी। कोई जे किते परेशान होवे ना, असीं आम करके किसी ने पुछदे की गल जी परेशान क्यों हो, फिर वो दसदा है जी अज मेरा बच्चा फलानी थां चला गया, विछोड़े का दुख झलक पैंदा। हुण भगत जी कहंदे ने भाई मनुख को कबीर जांकै मस्तक भाग सब पर हर ताको मिला सुहाग। यह कबीर आख जिव जिस जीव स्त्री जगियासू दे मत्थे दे चंगे लेख हन, भाग चंगे हन। भाव जिसने जीवन विच कमाई की है, जिसने गुणां नूं धारण किया, अपने पति परमेश्वर दे के अनुसार जीवन नूं जीविया है, जिसने जो 7 गुण जो ने अपने जीवन दे विच जीवन का हिस्सा बना लेने, जिन्हें चंगे गुणां दे श्रृंगार किया होया, ਉਹੀ ਉੱਥੇ ਪ੍ਰਵਾਨਗੀ ਹੈ, ਉਸੇ ਦੀ ਪ੍ਰਵਾਨਗੀ ਹੈ। ਤੇ ਕਬੀਰ ਜੀ ਕਹਿੰਦੇ ਨੇ ਭਾਈ ਜਿਸ ਜਗਿਆਸੂ ਦੇ ਮੱਥੇ ਤੇ ਚੰਗੇ ਲੇਖ ਹਨ, ਭਾਗ ਚੰਗੇ ਹਨ, ਪਤੀ ਪ੍ਰਭੂ ਹੋਰ ਸਾਰਿਆਂ ਨੂੰ ਛੱਡ ਕੇ ਉਸ ਨੂੰ ਆਨ ਮਿਲਦਾ ਹੈ, ਹੋਰਨਾਂ ਨਾਲੋਂ ਉਸ ਨਾਲ ਪਿਆਰ ਜ਼ਿਆਦਾ ਕਰਦਾ ਹੈ ਤੇ ਉਸ ਦਾ ਬਿਰੋਧ ਦਾ ਦੁੱਖ ਫਿਰ ਦੂਰ ਹੋ ਜਾਂਦਾ ਹੈ। ਹੁਣ ਪੈਮਾਨਾ ਜੋ ਹੈ ਉਹਦੀ ਮਿਹਨਤ ਦਾ ਹੈ ਕਿ ਉਸਨੇ ਮਿਹਨਤ ਕਿਤਨੀ ਕੀਤੀ। ਉਸ ਦੇ ਅੰਦਰ ਵਿਛੋੜੇ ਦੀ ਜੋ ਤੜਪ ਸੀ, ਵਿਛੋੜੇ ਦਾ ਪਹਿਲਾਂ ਅਹਿਸਾਸ ਕੀਤਾ, ਵਿਛੋੜੇ ਦੀ ਤੜਪ ਪੈਦਾ ਹੋਈ, ਤੜਪ ਦੇ ਵਿੱਚੋਂ ਪਿਆਰ ਉਪਜਿਆ, ਫਿਰ ਉਹਦੀ ਯਾਦਾਸ਼ਤ परमात्मा ਨੂੰ हर वेले पति परमेश्वर ਨੂੰ ਚੇਤੇ ਕੀਤਾ, ਜਿਹਦੇ ਨਾਲ ਜਦੋਂ ਵਿਛੋੜੇ ਦਾ ਅਹਿਸਾਸ ਹੋਵੇਗਾ ਉਹ ਯਾਦ ਕਰੇਗਾ ਤੇ ਯਾਦ ਦੇ ਵਿੱਚੋਂ ਪਿਆਰ ਉਪਜਦਾ ਹੈ। ਜਿੰਨਾ ਯਾਦ ਕਰੋਗੇ ਉਨਾ ਪਿਆਰ ਉਪਜਦਾ, ਤੇ ਫਿਰ ਉਹ ਸਿੱਧਾ ਪਕੜ ਕੇ ਉਹ ਮਿਲਾਪ ਵਾਲੇ ਪਾਸੇ ਲੈ ਕੇ ਜਾਂਦਾ। ਬਿਰਹੋ ਦੀ ਤੜਪ, ਉਹਦੇ ਵਿੱਚੋਂ ਉਪਜਿਆ ਪਿਆਰ, ਉਹਦੇ ਵਿੱਚੋਂ ਉਪਜੀ ਯਾਦਾਸ਼ਤ ਮਿਲਾਪ ਵਾਲੇ ਪਾਸੇ ਲੈ ਕੇ ਜਾਂਦੀ ਹੈ, ਫਿਰ ਮਿਲਾਪ ਹੋ ਜਾਂਦਾ ਹੈ। ਤੇ ਭਗਤ ਜੀ ਕਹਿੰਦੇ ਨੇ ਭਾਈ ਜਿਹਦੇ ਅੰਦਰ ਵਿਛੋੜੇ ਦੀ ਤੜਪ ਆ ਗਈ, जिसने विछोड़े की तड़प दे विचों प्यार उत्पन्न कर लिया, उस अपने प्यारे नूं चेते विच रख लिया, चेते करना शुरू कर दिता, तो फिर उन्हें दुनिया नूं दसिया नहीं कि बिरोह किन्ना है, खोल खोल के नहीं दसिया ऐ मेरे कोल विछोड़ा, इन्ना विछोड़ा ना ना। सब कहते फिर वो बयान ही नहीं कर सकता, बस वो विछोड़े दे विच तड़पदा होया, वो तड़पदी हुई जीव रूपी स्त्री
ਹਰ ਵੇਲੇ ਯਾਦਾਸ਼ਤ ਵਿੱਚ ਬੈਠੀ ਹੋਈ, ਉਹਨੂੰ ਯਾਦ ਕਰ ਕਰਕੇ ਉਹਦੇ ਗੁਣਾਂ ਨੂੰ ਧਾਰਨ ਕਰ ਕਰਕੇ ਫਿਰ ਉਹਦੇ ਵਿੱਚ ਹੀ ਸਮਾ ਗਈ। ਤੇ ਫਿਰ ਭਗਤੀ ਦੇ ਅਨਿਆਲੇ ਤੀਰਾਂ ਦੇ ਨਾਲ ਆਪਣੇ ਆਪ ਨੂੰ ਉਹ ਜੋ ਵਿਕਾਰੀ ਗਫਲਤ ਦੀ ਨੀਂਦਰ ਵਿੱਚ ਸੌਣ ਵਾਲਾ ਜੀਵਨ ਸੀ, ਉਸ ਨੀਂਦਰ ਚੋਂ ਬਾਹਰ ਕੱਢ ਲਿਆ। ਤੇ ਭਗਤ ਜੀ ਕਹਿੰਦੇ ਨੇ ਫਿਰ ਜਿਸ ਨੇ ਚੰਗੇ ਗੁਣ ਧਾਰਨ ਕਰ ਲਏ, ਤੇ ਭਗਤ ਜੀ ਨੇ ਪਹਿਲਾਂ ਸਵਾਲ ਕੀਤਾ, ਇਹ ਕਹਿ ਪਾਏ ਦੇਖੋ ਸਭ ਨਾਰੀ, ਕਿਆ ਜਾਣੋ ਸ਼ੈ ਕੌਣ ਪਿਆਰੀ, ਕੌਣ ਪਿਆਰੀ ਹੈ? ਤੇ ਫਿਰ ਜਵਾਬ ਵੀ ਦੇ ਦਿੱਤਾ, ਭਾਈ ਜਿਹਨੇ ਕਮਾਈ ਕਰ ਲਈ, ਪਤੀ ਪਰਮੇਸ਼ਵਰ ਦੇ ਵਿਛੋੜੇ ਦਾ ਅਹਿਸਾਸ ਕਰ ਲਿਆ, ਉਹਦੇ ਵਿੱਚੋਂ ਉਹਨੂੰ ਯਾਦ ਕਰਨਾ ਸ਼ੁਰੂ ਕੀਤਾ, ਉਹਦੇ ਵਿੱਚੋਂ ਮਿਲਾਪ ਦੀ ਤੜਪ ਪੈਦਾ ਹੋਈ, ਤੇ ਫਿਰ ਮਿਲਾਪ ਹੋ ਗਿਆ ਤੇ ਉਸ ਪਤੀ ਪਰਮੇਸ਼ਵਰ ਨੇ ਉਹਨੂੰ ਆਪਣੇ ਅੰਗ ਲਾ ਲਿਆ, ਫਿਰ ਉਸ ਨੂੰ ਆਪਣੇ ਕਲਾਵੇ 'ਚ ਲੈ ਲਿਆ, ਉਹਨੂੰ ਆਪਣੀ ਸੇਜ ਦੇ ਉੱਤੇ ਲੈ ਲਿਆ, ਉਹ ਦੋਵੇਂ ਇਕਮਿਕ ਹੋ ਗਏ। ਤੇ ਕਬੀਰ ਜੀ ਦੇ ਹੀ ਬੋਲ ਨੇ, ਅਬ ਤੋਂ ਜਾਏ ਚੜੇ ਸਿੰਘਾਸਣ, ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਹੁਣ ਉਹ ਧਨ ਤੇ ਪਿਰ ਦੋਵੇਂ ਇਕਮਿਕ ਹੋ ਗਏ ਨੇ, ਉਹ ਏਕ ਜੋਤ ਦੋਏ ਮੂਰਤੀ ਧਨ ਪਿਰ ਕੇ ਹੀ ਐਸੋ ਦੀ ਅਵਸਥਾ ਬਣ ਗਈ। ਫਿਰ ਹੁਣ ਕੋਈ ਪਹਿਚਾਨ ਨਹੀਂ ਸਕਦਾ, ਕੋਈ ਵਿਛੋੜਾ ਕਰਵਾ ਨਹੀਂ ਸਕਦਾ। ਸੋ ਜਿੰਨੀ ਕੋ ਸਮਤ, ਜਿੰਨੀ ਕੋ ਮਤ ਕੋਸ਼ਿਸ਼ ਕੀਤੀ, ਸ਼ਬਦ ਦੀ ਸਮਝ ਆਈ, ਸੋਝੀ ਆਈ, ਅਰਥ ਕਰਨ ਦੇ, ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕੀਤਾ। ਉਹ ਬੋਲਦਿਆਂ ਜ਼ਰੂਰ ਵੱਧ ਘੱਟ ਲਫ਼ਜ਼ ਨਿਕਲੇ ਹੋਣਗੇ, ਬਾਣੀ ਥਾ ਸਮੁੰਦਰ ਹੈ, ਉਹੀ ਵੱਧ ਘੱਟ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਦਾ ਇਹ ਸ਼ਬਦ ਜੋ ਆਪ ਜੀ ਨੇ ਵਿਚਾਰ ਅਧੀਨ ਅੱਜ ਵੀਰ ਮਨਮੋਹਨ ਸਿੰਘ ਜੀ ਪਾਸੋਂ ਸਰਵਣ ਕੀਤਾ ਹੈ, ਪ੍ਰੀਤਮ ਦੇ ਪਿਆਰ ਦੀ ਵਿੱਚ ਵਿਝੇ ਹੋਏ ਮਨੁੱਖ ਦੇ ਇਹ ਸਿਖਰ ਹੈ ਜਿਸ ਨੂੰ ਪਿਆਰ ਕੀਤਾ। ਜਿਹੜਾ ਮਨੁੱਖ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਅਨਿਆਲੇ ਤੀਰਾਂ ਦੇ ਨਾਲ ਬਿਨਿਆ ਜਾਵੇ, ਉਸ ਪੀੜ ਦਾ ਅਹਿਸਾਸ ਵੀ ਕੇਵਲ ਉਸੇ ਨੂੰ ਹੀ ਹੁੰਦਾ ਹੈ, ਤੇ ਉਸ ਪੀੜ ਦਾ, ਉਸ ਦਰਦ ਦਾ, ਉਸ ਰੋਗ ਦਾ ਇਲਾਜ ਕਿਸੇ ਬਾਹਰੀ ਵੈਦ ਕੋਲ ਨਹੀਂ ਹੁੰਦਾ। ਭਗਤ ਜੀ ਨੇ ਸ਼ਬਦ ਵਿੱਚ ਵਿਛੋੜੇ ਦੀ ਦਰਦ, ਵਿਛੋੜੇ ਦੀ ਵਿਰਹਾ ਦੀ ਪੀੜ ਤੇ ਮਿਲਾਪ ਲਈ ਬੇਨਤੀ ਦੀ ਗੱਲ ਕੀਤੀ ਹੈ। ਇੱਕ ਪਾਸੇ ਅੰਦਰ ਦੀ ਪੀੜਾ ਦਾ ਜ਼ਿਕਰ ਹੈ,